ਪੱਟਾਂ ਦੇ ਹੱਥ ਮਾਰਦੇ ਆ ਜੀ ਏਦਾਂ ਕਦੋਂ ਸਾਨੂੰ ਮੌਕਾ ਸਭੀ ਚੀਜ਼ ਆਵੇ ਅਸੀਂ ਕਦੋਂ ਉਹਨਾਂ ਟੱਕਰ ਲੱਗੇ ਜਾਵੇ। ਤੇ ਸਾਡੀ ਸਰਕਾਰ ਗੱਲਬਾਤ ਹੀ ਨਹੀਂ ਸੁਣ ਰਹੀ। ਜਦੋਂ ਕਾਨੂੰਨ ਪਾਸ ਕਰਿਆ ਨਾ ਸਰਕਾਰ ਨੇ ਸਾਡੀਆਂ ਦੁਨੀਆ ਨੇ ਉਹਨੂੰ ਪੁੱਛਿਆ ਨਾ ਵਿਰੋਧੀ ਧਿਰ ਨੂੰ ਪੁੱਛਿਆ। ਜਦੋਂ ਬੋਰੀ ਦਾ ਮੂੰਹ ਨੋਟਾਂ ਦੀ ਤਾਂ ਕਿਸੇ ਨੂੰ ਖੋਲ ਦਈਏ ਉਹਨੇ ਹਾਮੀ ਉਧਰ ਹੀ ਭਰਨੀ। ਸਰਕਾਰਾਂ ਨੇ ਪਹਿਲਾਂ ਲੋਕਾਂ ਨੂੰ ਲਾਰੇ ਲਾਈ ਰੱਖਿਆ ਇਹ ਐ ਹੋ ਜੂ ਜੀ ਪਾਸ ਹੋ ਜੂ ਇਹ ਅਸੀਂ ਕਹਿਤਾ ਉਹਨਾਂ ਨੂੰ, ਉਹ ਉਹਨਾਂ ਨਾਲ ਮਿਲੇ ਹੋਏ ਆ। ਅਸੀਂ ਆਪਦੇ ਗਾਂ ਬੱਚਿਆਂ ਦਾ ਭਵਿੱਖ ਦਾ ਵੀ ਸੋਚਣਾ। ਜੇ ਸਾਡੇ ਕੋਲ ਜ਼ਮੀਨ ਹੀ ਨਾ ਰਹੀ ਤੇ ਅਸੀਂ ਰਹਿਣਾ ਵੀ ਇੱਥੇ ਕੀ ਕਰਨਾ। ਨਹੀਂ ਜੀ ਖਾਲੀ ਹੱਥ ਨਹੀਂ ਮੁੜਨਾ ਚਾਹੁੰਦੇ। ਰਾਜਾ ਪਰਜਾ ਦਾ ਹੀ ਹੁੰਦਾ ਜੀ, ਪਰਜਾ ਦਾ ਸੋਚਣਾ ਚਾਹੀਦਾ। ਪਰਜਾ ਬੱਚੇ ਹੀ ਹੁੰਦੇ ਆ ਰਾਜੇ ਦੇ। ਉਹ ਠੰਡ ਕੀ ਲੱਗਣੀ ਆ ਯਾਰ, ਠੰਡ ਵਾਲੇ ਪਾਸੇ ਦਾ ਦਿਮਾਗ ਜਾਂਦਾ ਹੀ ਨਹੀਂ। ਦਿਮਾਗ ਤਾਂ 26 ਤੇ ਡਿੱਗਿਆ ਪਿਆ, 26 ਤੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸਿੱਖ ਚੈਨਲ ਨਾਲ ਬਣੇ ਹੋਏ ਹੋ। ਮੈਂ ਮਨਦੀਪ ਸਿੰਘ ਕਿਸਾਨ ਸੰਘਰਸ਼ ਦੇ ਵੱਖਰੇ ਵੱਖਰੇ ਰੰਗ ਤੁਹਾਨੂੰ ਦਿਖਾ ਰਹੇ ਹਾਂ। ਤੇ ਹੁਣ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਕਿਵੇਂ ਸੰਘਰਸ਼ ਦੇ ਵਿੱਚ ਆਪਣੇ ਦਿਨ ਕੱਟ ਰਹੇ ਨੇ ਜਾਂ ਕਿਵੇਂ ਇੱਥੇ ਰਹਿ ਰਹੇ ਨੇ, ਕੀ ਦਿੱਕਤਾਂ ਇਹਨਾਂ ਨੂੰ ਆਉਂਦੀਆਂ ਨੇ, ਕਿਵੇਂ ਰਾਤਾਂ ਕੱਟਦੇ ਨੇ, ਕਿਵੇਂ ਇੱਥੇ ਆਪਣਾ ਭੋਜਨ ਤਿਆਰ ਕੀਤਾ ਜਾਂਦਾ ਹੈ, ਕਿਵੇਂ ਸਰਦ ਰਾਤਾਂ ਇੱਥੇ ਕੱਟੀਆਂ ਜਾਂਦੀਆਂ ਨੇ, ਇਹ ਸਾਰੀਆਂ ਗੱਲਾਂ ਨੂੰ ਲੈ ਕੇ ਹੁਣ ਤੁਹਾਡੇ ਰੂਬਰੂ ਹੋ ਰਹੇ ਹਾਂ। ਅਸੀਂ ਇੱਥੇ ਇੱਕ ਕਿਸਾਨ ਭਰਾਵਾਂ ਦੇ ਨਾਲ ਮਿਲੇ ਆ, ਇਹਨਾਂ ਦੇ ਨਾਲ ਗੱਲਬਾਤ ਕਰਦੇ ਆ। ਬਜ਼ੁਰਗ ਵੀ ਨੇ ਸਾਡੇ ਨਾਲ, ਇੱਕ ਦੋ ਨੌਜਵਾਨ ਵੀਰ ਵੀ ਨੇ। ਕਿਵੇਂ ਦੇਖਦੇ ਨੇ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ, ਸਰਕਾਰਾਂ ਦੇ ਫੈਸਲਿਆਂ ਨੂੰ ਕਿਵੇਂ ਦੇਖਦੇ ਨੇ, 15 ਤਰੀਕ ਦੀ ਮੀਟਿੰਗ ਤੋਂ ਕੀ ਉਮੀਦਾਂ ਰੱਖਦੇ ਨੇ ਅਤੇ 26 ਜਿਹੜੀ ਜਨਵਰੀ ਨੂੰ ਮਾਰਚ ਕੱਢਿਆ ਜਾਣਾ ਉਸ ਦੇ ਬਾਰੇ ਕੀ ਰਣਨੀਤੀਆਂ ਨੇ, ਉਹਨਾਂ ਦੇ ਬਾਰੇ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਆਓ ਤੁਹਾਡਾ ਇਹਨਾਂ ਨਾਲ ਰਾਬਤਾ ਕਰਵਾ ਦਿੰਦੇ ਆ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਚੈਨਲ ਦੇ ਉੱਤੇ। ਬਾਬਾ ਜੀ ਕਿਹੜਾ ਨਗਰ ਆਪਣਾ? ਸਾਡਾ ਪਿੰਡ ਖਾੜਾ ਜੀ, ਜ਼ਿਲ੍ਹਾ ਲੁਧਿਆਣਾ, ਤਹਿਸੀਲ ਜਗਰਾਉਂ। ਅੱਛਾ ਜੀ। ਹਾਂਜੀ, ਸਾਨੂੰ ਆਇਆਂ ਨੂੰ ਇੱਥੇ ਅੱਜ 48 ਦਿਨ ਹੋ ਗਏ ਜੀ। ਠੀਕ ਹੈ, ਜਾਨੀ ਕਿ ਜਿੱਦਣ ਦਾ ਸੰਘਰਸ਼ ਤੁਰਿਆ ਤੁਸੀਂ ਉਰੇ ਆਏ ਹੋਏ? ਇੱਥੇ ਆਏ ਹੋਏ ਆ ਜੀ। ਠੀਕ ਹੈ ਜੀ। ਤੇ ਸਾਡੀ ਸਰਕਾਰ ਗੱਲਬਾਤ ਹੀ ਨਹੀਂ ਸੁਣ ਰਹੀ। ਜਦੋਂ ਕਾਨੂੰਨ ਪਾਸ ਕਰਿਆ ਨਾ ਸਰਕਾਰ ਨੇ ਸਾਡੀਆਂ ਦੁਨੀਆ ਨੇ ਉਹਨੂੰ ਪੁੱਛਿਆ ਨਾ ਵਿਰੋਧੀ ਧਿਰ ਨੂੰ ਪੁੱਛਿਆ। ਹੈ ਜੀ, ਸਰਕਾਰਾਂ ਉਹ ਹੁੰਦੀਆਂ ਜਿਹੜੀਆਂ ਬੈਠ ਕੇ ਵਿੱਚ ਗੱਲ ਕਰਨ, ਪਹਿਲਾਂ ਬਿੱਲ ਪਾਸ ਕਰਨ ਤੋਂ ਸਭ ਨਾਲ ਗੱਲ ਕਰਨ, ਫੇਰ ਹੀ ਫਾਇਦਾ ਹੁੰਦਾ ਹੈ ਜੀ। ਜੇ ਹੁਣ ਆਪਾਂ ਚੋਰੀ ਗੁਪਤ ਸੁਪਤ ਆਪਾਂ ਕੰਮ ਕਰ ਦਈਏ ਉਹਦਾ ਕੋਈ ਫਾਇਦਾ ਨਹੀਂ ਹੈ। ਸਰਕਾਰਾਂ ਹੁੰਦੀਆਂ ਜਨਤਾ ਦੀਆਂ ਹੀ ਹੁੰਦੀਆਂ, ਚੁਣੀਆਂ ਹੋਈਆਂ। ਜਿਹੜੇ ਪ੍ਰਧਾਨ ਮੰਤਰੀ ਰਾਜੇ ਹੁੰਦੇ ਆ ਉਹ ਪਬਲਿਕ ਨੂੰ ਆਪਦੇ ਬੱਚਿਆਂ ਵਰਗੇ ਨਹੀਂ ਸਮਝਣਾ ਚਾਹੀਦਾ। ਤੇ ਬਾਪੂ ਜੀ, ਪਰ ਤੁਸੀਂ ਕਿਹਾ ਕਿ ਸਾਡੇ ਨਾਲ ਸਰਕਾਰਾਂ ਨੇ ਗੱਲਬਾਤ ਨਹੀਂ ਕੀਤੀ, ਪਰ ਸਰਕਾਰਾਂ ਦਾ ਕਹਿਣਾ ਕਿ ਅਸੀਂ ਪੰਜਾਬ ਦੇ ਲੀਡਰਾਂ ਨਾਲ ਬਕਾਇਦਾ ਗੱਲਬਾਤ ਕੀਤੀ ਹੈ, ਉਹਨਾਂ ਨੇ ਸਾਨੂੰ ਇਹਦੇ ਵਿੱਚ ਹਾਮੀ ਭਰੀ ਹੈ। ਦੇਖੋ ਜੀ, ਜਦੋਂ ਬੋਰੀ ਦਾ ਮੂੰਹ ਨੋਟਾਂ ਦੀ ਤਾਂ ਕਿਸੇ ਨੂੰ ਖੋਲ ਦਈਏ ਉਹਨੇ ਹਾਮੀ ਉਧਰ ਹੀ ਭਰਨੀ। ਸਰਕਾਰਾਂ ਨੇ ਪਹਿਲਾਂ ਲੋਕਾਂ ਨੂੰ ਲਾਰੇ ਲਾਈ ਰੱਖਿਆ ਇਹ ਐ ਹੋ ਜੂ ਜੀ ਪਾਸ ਹੋ ਜੂ ਇਹ ਅਸੀਂ ਕਹਿਤਾ ਉਹਨਾਂ ਨੂੰ, ਉਹ ਉਹਨਾਂ ਨਾਲ ਮਿਲੇ ਹੋਏ ਆ। ਹੈ ਜੀ, ਤੇ ਸਾਨੂੰ ਤਾਂ ਇਹਨਾਂ ਨੇ ਬੇਵਕੂਫ ਹੀ ਬਣਾ ਰੱਖਿਆ। ਤੇ ਹੁਣ ਜਦੋਂ ਪੰਗਾ ਪੈ ਗਿਆ, ਹੁਣ ਆ ਕੇ ਅਸੀਂ ਰੈਲੀ ਕਰਾਂਗੇ, ਉਹ ਕਰਾਂਗੇ, ਹੁਣ ਸੱਚੇ ਬਣਦੇ ਫਿਰਦੇ ਆ। ਤੁਸੀਂ ਪਹਿਲਾਂ ਹੀ ਦੱਸੋ, ਜਦੋਂ ਪਾਸ ਹੁੰਦਾ ਬਿੱਲ ਜਨਤਾ ਚ ਉਦੋਂ ਹੀ ਆਵੋ, ਫੇਰ ਹੀ ਹੁੰਦੀ ਇਹਦੀ ਗੱਲ ਤਾਂ। ਹਾਂ, ਜਦੋਂ ਹੁਣ ਸੰਘ ਨੂੰ ਸਾਡੇ ਹੱਥ ਪੈ ਗਿਆ ਫੇਰ ਸਾਨੂੰ ਉੱਠਣਾ ਹੀ ਪਿਆ। ਹੈ ਜੀ, ਅਸੀਂ ਆਪਦੇ ਗਾਂ ਬੱਚਿਆਂ ਦਾ ਭਵਿੱਖ ਦਾ ਵੀ ਸੋਚਣਾ। ਜੇ ਸਾਡੇ ਕੋਲ ਜ਼ਮੀਨ ਹੀ ਨਾ ਰਹੀ ਤੇ ਅਸੀਂ ਰਹਿਣਾ ਵੀ ਇੱਥੇ ਕੀ ਕਰਨਾ। ਜੇ ਸਰਕਾਰ ਮੰਨ ਗਈ ਠੀਕ ਆ, ਨਹੀਂ ਤਾਂ ਫਿਰ ਸਾਡੀਆਂ ਇੱਥੋਂ ਲਾਸ਼ਾਂ ਹੀ ਜਾਣਗੀਆਂ। ਜਾਨੀ ਕਿ ਤੁਸੀਂ ਉਰੇ ਖਾਲੀ ਹੱਥ ਨਹੀਂ ਮੁੜਨਾ ਚਾਹੁੰਦੇ? ਨਹੀਂ ਜੀ, ਖਾਲੀ ਹੱਥ ਨਹੀਂ ਮੁੜਨਾ ਚਾਹੁੰਦੇ। ਰਾਜਾ ਪਰਜਾ ਦਾ ਹੀ ਹੁੰਦਾ ਜੀ, ਪਰਜਾ ਦਾ ਸੋਚਣਾ ਚਾਹੀਦਾ। ਪਰਜਾ ਬੱਚੇ ਹੀ ਹੁੰਦੇ ਆ ਰਾਜੇ ਦੇ। ਹੈ ਜੀ, ਜੇ ਰਾਜਾ ਹੀ ਨਹੀਂ ਉਸ ਪਾਸੇ ਗੱਲ ਕਰ ਰਿਹਾ ਫਿਰ ਮਸਲਾ ਵੀ ਹੱਲ ਕਿਵੇਂ ਹੋ ਸਕਦਾ ਜੀ। ਬਾਪੂ ਜੀ, ਤੁਸੀਂ ਉਰੇ ਕਿੰਨੇ ਕੁ ਚਿਰ ਤੋਂ ਡਟੇ ਹੋਏ ਇਹਨਾਂ ਦੇ ਨਾਲ ਤੇ ਕੀ ਦਿੱਕਤ ਆਉਂਦੀਆਂ ਨੇ ਉਰੇ? 26 ਤਰੀਕ ਦੇ ਅਸੀਂ ਆਏ ਹਾਂ ਜੀ ਇੱਥੇ। ਸਾਨੂੰ ਅੱਜ 50 ਦਿਨ ਦੇ ਨੇੜੇ ਹੋਣ ਵਾਲੇ ਆ ਜੀ। ਅੱਜ ਸਾਨੂੰ ਦਿੱਕਤਾਂ ਦਾ ਜੀ ਇੱਥੇ ਬਸ ਰਾਤ ਨੂੰ ਜੋ ਮੀਂਹ ਕਣੀ ਦੇ ਵਿੱਚ ਬਹੁਤ ਰਹਿਣਾ ਮੁਸ਼ਕਿਲ ਆ ਜੀ ਇੱਥੇ। ਪਿਛਲਾ ਹਫਤਾ ਬਰਸਾਤਾਂ ਦਾ ਲੰਘਿਆ, ਬੜੀ ਮੁਸ਼ਕਿਲ ਆਈ ਹੋ? ਹਾਂ ਜੀ, ਬਹੁਤ ਜ਼ਿਆਦਾ ਜੀ। ਰਾਤ ਨੂੰ ਸਾਰੀ ਖੜ ਕੇ ਕੱਟੀਆਂ ਜੀ ਰਾਤ ਨੂੰ ਇੱਥੇ ਜੀ, ਸਾਰੀ ਖੜ ਕੇ ਕੱਟਦੇ ਰਹੇ ਹਾਂ ਜੀ। ਥੱਲੇ ਪਾਣੀ ਆ ਜਾਂਦਾ ਸੀਗਾ ਜੀ, ਕੱਪੜੇ ਲੀੜੇ ਸਾਰੇ ਬਿਸਤਰੇ ਭੇਜੇ ਜਾਂਦੇ ਹੁਣ, ਸਾਰੇ ਗਿੱਲੇ ਹੁੰਦੇ ਕੱਪੜੇ। ਹਾਂ ਜੀ, ਬੜੀ ਮੁਸ਼ਕਿਲ ਦੇ ਵਿੱਚ ਤੁਸੀਂ ਇੱਥੇ ਰਹਿ ਰਹੇ ਹੋ। ਨਹਾਉਣ ਪਾਣੀ ਦਾ ਜਾਂ ਬਾਹਰ ਜਾਣ ਦਾ ਕਿਵੇਂ? ਬਸ ਸੜਕ ਤੇ ਨਹਾਉਣਾ ਜੀ, ਇੱਥੇ ਬਹਿ ਕੇ ਬਸ। ਬਾਹਰ ਪਾਣੀ ਆ, ਬਾਹਰ ਅੰਦਰ ਜਾ ਕੇ ਆਉਂਦੇ ਜੀ ਬਸ। ਠੰਡੀਆਂ ਰਾਤਾਂ ਤੁਸੀਂ ਆਪਣੇ ਪਿੰਡਾਂ ਦੇ ਹੰਢਾ ਰਹੇ ਹੋ, ਇੱਥੇ ਸੜਕਾਂ ਉੱਤੇ ਰਹਿ ਰਹੇ ਹੋ। ਸਰਕਾਰ ਤੁਹਾਡੀ ਗੱਲ ਨਹੀਂ ਸੁਣ ਰਹੀ। ਸਰਕਾਰ ਦੇ ਇਸ ਰਵੱਈਏ ਨੂੰ ਕਿਵੇਂ ਦੇਖਦੇ ਹੋ? ਬਹੁਤ ਗਲਤ ਰਵੱਈਆ ਜੀ ਇਹਨਾਂ ਦਾ। ਹਾਂ ਜੀ, ਬਸ ਇਹ ਨਾਰਾਜ਼ ਹੈ ਤੋਂ ਵੀ ਸਾਡੀ ਗੱਲ ਸੁਣੀ ਜਾਵੇ ਕੋਈ ਨਾ ਕੋਈ। ਬਸ ਆਪਦਾ ਘਰਾਂ ਨੂੰ ਜਾਈਏ ਖੁਸ਼ ਹੋ ਕੇ, ਆਪਦੇ ਜਵਾਕਾਂ 'ਚ ਬੈਠੀ ਜਾ ਕੇ। ਹਾਂ ਜੀ। ਤੇ ਬਾਬਾ ਜੀ, ਤੁਹਾਡੇ ਤੋਂ ਪੁੱਛਦੇ ਆ ਕਿ ਜਿਹੜੀ ਸੁਪਰੀਮ ਕੋਰਟ ਨੇ ਕੱਲ ਬਿਆਨ ਦਿੱਤਾ ਹੈ, ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਰਹੀ ਹੈ, ਉਹ ਕਹਿ ਰਹੇ ਨੇ ਕਿ ਅਸੀਂ ਇਹਨਾਂ ਕਾਨੂੰਨਾਂ ਨੂੰ ਹੋਲਡ ਤੇ ਰੱਖ ਦਿੰਦੇ ਆ, ਜਿਹੜੇ ਕਿਸਾਨ ਨੇ ਉਹ ਘਰੋਂ ਮੁੜ ਸਕਦੇ ਨੇ। ਹੋਲਡ ਰੱਖਣ ਦਾ ਤਾਂ ਕੋਈ ਫਾਇਦਾ ਨਹੀਂ, ਫਾਇਦਾ ਤਾਂ ਰੱਦ ਕਰਨ ਦਾ ਹੀ ਆ। ਇਹ ਤਾਂ ਇੱਕ ਮਤਲਬ ਇਹਨਾਂ ਨੂੰ ਇਹ ਆ ਵੀ ਜੇ ਇਹਨਾਂ ਨੂੰ
ਹੋਲਡ ਕਰ ਦਈਏ ਵੀ ਜਿਹੜੀ ਇਹ ਸੰਘਰਸ਼ ਕਮੇਟੀ ਮਤਲਬ ਜਾਂ ਕਿਸਾਨ ਇੱਥੇ ਆਏ ਹੋਏ ਆ, ਹਰ ਵਰਗ ਦਾ ਕਿਸਾਨ ਇੱਥੇ ਆਇਆ ਹੋਇਆ, ਵੀ ਉਹ ਵਾਪਸ ਚਲੇ ਜਾਣਗੇ। ਕਿਹੜਾ ਵਾਪਸ ਚਲੇ ਗਏ ਦੁਬਾਰਾ ਇਹ ਗੱਲ ਬਣਨੀ ਨਹੀਂ। ਪਰ ਨਹੀਂ ਜੀ, ਇਹ ਗੱਲ ਨਹੀਂ ਹੈਗੀ ਮਤਲਬ ਕਿਸੇ ਨੇ ਵਾਪਸ ਨਹੀਂ ਜਾਣਾ ਹੈਗਾ। ਹਰ ਮਤਲਬ ਹੋਣਾ ਜੇ ਕਾਨੂੰਨ ਰੱਦ ਹੋਣਾ ਚਾਹੀਦਾ, ਹੋਰ ਕੋਈ ਨਹੀਂ ਹੈਗਾ ਇੱਥੇ। ਸਿਰਫ ਕਾਨੂੰਨ ਰੱਦ ਤੋਂ ਬਿਨਾਂ ਕੋਈ ਮਸਲਾ ਨਹੀਂ ਹੈਗਾ। ਜੇ ਕਾਨੂੰਨ ਰੱਦ ਹੋਊਗਾ ਫੇਰ ਹੀ ਆ। ਮਤਲਬ ਜੇ ਕਾਨੂੰਨ ਮਤਲਬ ਇਸੇ ਤਰ੍ਹਾਂ ਰਹਿ ਗਿਆ ਫਿਰ ਤਾਂ ਸਾਡਾ ਜ਼ਮੀਰ ਖਤਮ ਆ, ਜ਼ਮੀਨਾਂ ਖਤਮ ਆ, ਨਾਲ ਜ਼ਮੀਰ ਖਤਮ ਆ। ਫਿਰ ਤਾਂ ਜਿਸ ਤਰ੍ਹਾਂ ਮਤਲਬ ਬਿਹਾਰ ਬੰਗਾਲ ਵਾਲੇ ਇੱਧਰ ਦਿਹਾੜੀਆਂ ਕਰਨ ਆਉਂਦੇ ਆ, ਫਿਰ ਅਸੀਂ ਉੱਧਰ ਜਾਇਆ ਕਰਾਂਗੇ। ਹੱਲ ਇਹੀ ਆ, ਹੋਰ ਤਾਂ ਕੋਈ ਸਾਡੇ ਕੋਲੇ ਰਹਿ ਨਹੀਂ ਜਾਣਾ ਬਾਅਦ 'ਚ। ਕਿਉਂ ਜਿਹੜੇ ਜਿਵੇਂ ਉੱਥੇ ਹੁਣ ਮੰਨ ਲਓ ਮੱਕੀ ਵਿਕਦੀ ਆ 500 ਜਾਂ 600 ਰੁਪਏ ਕੁਆਂਟਲ ਵਿਕਦੀ ਆ, ਝੋਨਾ ਵਿਕਦਾ ਉੱਥੇ 700-800 ਵਿਕਦਾ ਵਾ, ਠੀਕ ਆ। ਉਸ ਚੀਜ਼ ਨੂੰ ਮਤਲਬ ਕਣਕ ਵੀ ਆ ਜਿਵੇਂ ਮੰਨ ਲਓ ਹੁਣ ਇੱਥੇ 1700-1800 ਜਾਂ 1900 ਵਿਕਦੀ ਆ, ਮੁੜ ਕੇ ਉਹ ਵੀ ਇੱਥੇ 500 ਨੂੰ ਵਿਕਣ ਲੱਗ ਜਾਣੀ ਆ, ਠੀਕ ਆ ਨਹੀਂ। ਜੋ ਮਤਲਬ ਫਿਰ ਬੰਦੇ ਦਾ ਜਿਹੜਾ ਖਰਚ ਪਾਣੀ ਚੱਲੂਗਾ, ਘਰਾਂ ਦਾ ਕਿਵੇਂ ਚਲਾਉਣਗੇ, ਬੱਚਿਆਂ ਨੂੰ ਕਿਵੇਂ ਪੜਾਉਣਗੇ ਉਹ। ਤੇ ਜੇ ਕੁਛ ਪੜਾਉਣ ਵਾਸਤੇ ਜਾਂ ਮਤਲਬ ਕੁਛ ਰਿਹਾ ਹੀ ਨਾ ਪੱਲੇ, ਤਾਂ ਬੰਦੇ ਦੀ ਆਖਰਕਾਰ ਮੌਤ ਹੀ ਹੋਣੀ ਆ ਜੀ ਉਦੋਂ, ਠੀਕ ਹੈ। ਫਿਰ ਰੱਸੇ ਗਲ 'ਚ ਪੈਣੇ ਆ, ਹੋਰ ਤਾਂ ਕੋਈ ਹੱਲ ਨਹੀਂ ਰਹਿਣਾ ਜੀ ਇਹ ਤੋਂ ਬਾਅਦ। ਰੱਸੇ ਗਲ ਦੇ ਵਿੱਚ ਪਾਉਣ ਦੀ ਗੱਲ ਕੀਤੀ ਬਾਬਾ ਜੀ, ਉਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਖੁਦਕੁਸ਼ੀਆਂ ਦਾ ਜਿਹੜਾ ਦੌਰ ਹੈ ਉਹ ਵੱਧਦਾ ਹੀ ਜਾ ਰਿਹਾ, ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਂ ਕਿਵੇਂ ਦੇਖਦੇ ਹੋ ਕਿ ਕਿਸਾਨਾਂ ਦੇ ਵਿੱਚ ਇੱਕ ਨਿਰਾਸ਼ਾ ਆ ਰਹੀ ਹੈ? ਬਿਲਕੁਲ ਨਿਰਾਸ਼ਾ ਆ ਰਹੀ ਹੈ ਜੀ। ਨਿਰਾਸ਼ ਤਾਂ ਹੋਣੇ ਆ ਜੀ। ਦੇਖੋ ਜਦੋਂ ਉਹਨਾਂ ਨੂੰ ਅੱਗੇ ਕੋਈ ਦਿਸਣਾ ਹੀ ਨਹੀਂ, ਜੇ ਪੈਦਾਵਾਰ ਹੋਊਗੀ ਉਹ ਵਧੀਆ ਰੇਟਾਂ ਤੇ ਵਿਕੂਗੀ ਤਾਂ ਹੀ 2 ਪੈਸੇ ਉਹਨਾਂ ਨੂੰ ਆਉਣਗੇ। ਜੇ 2 ਪੈਸੇ ਆਉਣਗੇ ਤਾਂ ਆਪਦਾ ਖਰਚਾ ਜਾਂ ਅਗਲੇ ਬੱਚਿਆਂ ਨੂੰ ਪੜ੍ਹਾ ਸਕਣਗੇ, ਨਹੀਂ ਤਾਂ ਉਹਨਾਂ ਕੋਲੇ ਕੋਈ ਹੱਲ ਨਹੀਂ। ਸਰਕਾਰ ਕਹਿ ਰਹੀ ਹੈ ਕਿ ਬਿੱਲ ਤਾਂ ਵਾਪਸ ਨਹੀਂ ਹੋਣਗੇ, ਪਰ ਕੋਈ ਵਿਚਲਾ ਹੱਲ ਹੈ ਜਿਹੜਾ ਉਹ ਖੇਤੀ ਜਿਹੜੀਆਂ ਕਿਸਾਨ ਯੂਨੀਅਨਾਂ ਨੇ ਉਹ ਲਿਆ ਸਕਦੀਆਂ ਨੇ। ਕੀ ਲੱਗਦਾ ਕਿ ਵਿਚਲਾ ਹੱਲ ਲਿਆਉਣਾ ਚਾਹੀਦਾ ਜਾਂ ਬਿਲਕੁਲ ਵੀ ਰੱਦ ਕਰਾਉਣਾ ਚਾਹੀਦਾ? ਬਿਲਕੁਲ ਰੱਦ ਹੋਣਾ ਚਾਹੀਦਾ। ਵਿਚਲਾ ਕੁਝ ਨਹੀਂ ਹੋਣਾ ਚਾਹੀਦਾ। ਜੇ ਵਿਚਲਾ ਰਹਿ ਗਿਆ ਫਿਰ ਤਾਂ ਇਹਨਾਂ ਦੇ ਗਡਾਊਨ ਬਣੇ ਹੋਏ ਹੀ ਆ। ਫਿਰ ਤਾਂ ਹਰ ਜਾਦੇ ਮਤਲਬ ਹਰ ਇਲਾਕੇ ਦੇ ਵਿੱਚ ਇਹ ਗਡਾਊਨ ਬਣਾਈ ਬੈਠੇ ਆ। ਫਿਰ ਤਾਂ ਇਹਨਾਂ ਨੇ ਅਨਾਜ ਆਪਦਾ ਜਮ੍ਹਾਂ ਕਰ ਹੀ ਲੈਣਾ। ਅਨਾਜ ਜਮ੍ਹਾਂ ਕੀਤਾ ਹੋਇਆ ਬਾਅਦ ਦੇ ਵਿੱਚ ਉਹੀ ਆ ਜੋ ਮੰਨ ਲਓ ਜੇ 500 ਰੁਪਏ ਖਰੀਦ ਰਹੇ ਆ, ਮਤਲਬ ਮੁੜ ਕੇ ਇਹਨਾਂ ਨੂੰ 4500 ਨੂੰ ਆਪਾਂ ਨੂੰ ਦੇਣਾ ਵਾਪਸ, ਠੀਕ ਹੈ ਜੀ। ਹੁਣ ਹੀ ਕਹੀ ਜਾਂਦੇ ਵੀ 25 ਰੁਪਏ ਕਿਲੋ ਵਾਲਾ ਆਟਾ ਜਿਹੜਾ ਉਹ ਆਪਾਂ ਨੂੰ 150 ਰੁਪਏ ਕਿਲੋ ਮਿਲਣਾ, ਠੀਕ ਹੈ ਜੀ। ਉਹੀ ਆ ਗੋਭੀ ਆ ਜਿਹੜੀ ਇੱਥੇ 10 ਜਾਂ 20 ਰੁਪਏ ਕਿਲੋ ਮਿਲਦੀ ਆ, ਉਹੀ ਆਈ ਜਾਂਦੀ ਆ ਵੀ ਮੰਨ ਲਓ ਪਹਿਲਾਂ ਪਿੱਛੇ ਦਿਖਾ ਰਿਹਾ ਵੀ 600 ਰੁਪਏ ਕਿਲੋ ਮਿਲਣੀ ਆ, 500 ਰੁਪਏ ਦਾ ਇੱਕ ਫੁੱਲ ਬਣਦਾ। ਕੌਣ ਸਬਜ਼ੀ ਬਣਾਊਗਾ ਜੀ, ਕੌਣ ਖਾਊਗਾ, ਠੀਕ ਹੈ ਜੀ। ਫਿਰ ਬੱਚਿਆਂ ਨੇ ਭੁੱਖੇ ਹੀ ਮਰਨਾ। ਇੱਥੇ ਕਈ ਬਜ਼ੁਰਗਾਂ ਨੂੰ ਅਸੀਂ ਦੇਖਦੇ ਹਾਂ ਕਿ ਹਾਰਟ ਅਟੈਕ ਦੀ ਬੜੀ ਸਮੱਸਿਆ ਆ ਰਹੀ ਹੈ। ਡਾਕਟਰੀ ਸਹੂਲਤਾਂ ਕਿਵੇਂ ਦੀਆਂ ਨੇ ਇੱਥੇ? ਡਾਕਟਰੀ ਸਹੂਲਤਾਂ ਦਾ ਜੀ ਦੇਖੋ ਜੀ, ਮਤਲਬ ਸਿਰਫ ਜਿਵੇਂ ਖਾਲਸਾ ਏਡ ਦਾ ਜਾਂ ਹੋਰ ਮਤਲਬ ਆਪਦਾ ਹੀ ਆ, ਕੋਈ ਸਰਕਾਰ ਵੱਲੋਂ ਕੁਝ ਨਹੀਂ ਹੈਗਾ। ਸਰਕਾਰ ਵੱਲੋਂ ਕੁਝ ਨਹੀਂ ਹੈਗਾ। ਇਹ ਤਾਂ ਚਲੋ ਬਾਹਰੋਂ ਜਿਵੇਂ ਇਹ ਕਈ ਵੀ ਜਾਂਦੇ ਬਾਹਰੋਂ ਫੰਡ ਆਉਂਦੇ ਆ, ਠੀਕ ਆ ਫੰਡ ਆਉਂਦੇ ਆ, ਪਰ ਫੰਡ ਗਲਤ ਕੰਮ ਲਈ ਨਹੀਂ ਆਉਂਦੇ। ਆ ਜਿਹੜਾ ਚੱਲ ਰਿਹਾ ਲੰਗਰ ਚੱਲ ਰਿਹਾ ਜਾਂ ਇੱਥੇ ਜੋ ਦਵਾਈ ਤਾਂ ਜਾਂ ਕੁਝ ਵੀ ਮਤਲਬ ਸੰਘਰਸ਼ ਦੇ ਵਿੱਚ ਉਹ ਪਾ ਰਹੇ ਆ, ਵੈਸੇ ਕੋਈ ਉਹ ਕਿਹੜਾ ਗੋਲੀ ਸਿੱਕੇ ਵਾਸਤੇ ਕੋਈ ਪੈਸਾ ਦੇ ਰਹੇ ਆ, ਠੀਕ ਹੈ ਜੀ। ਉਹ ਖਾਣ ਪੀਣ ਵਾਸਤੇ ਦੇ ਰਹੇ। ਤਾਂ ਸਰਕਾਰਾਂ ਬਦਨਾਮ ਕਰਨ ਲੱਗੀਆਂ ਹੋਈਆਂ ਵੀ ਬਾਹਰੋਂ ਫੰਡ ਆਉਂਦਾ, ਵੀ ਪਤਾ ਨਹੀਂ ਇਹਦੇ ਨਾਲ ਇਹ ਗੋਲੀ ਸਿੱਕਾ ਖਰੀਦੀ ਜਾਂਦੇ ਆ। ਨਹੀਂ, ਉਹਦੇ ਨਾਲ ਇਹ ਕੁਝ ਨਹੀਂ ਹੈਗਾ। ਇਹ ਤਾਂ ਇਹਨਾਂ ਦੀਆਂ ਕਹਿਣ ਦੀਆਂ ਗੱਲਾਂ ਹੀ। ਦੇਖੋ ਜਿਹੜੀ ਉਮਰਾਂ 'ਚ ਬਜ਼ੁਰਗਾਂ ਨੇ ਘਰੇ ਬਹਿ ਕੇ ਆਪਣੇ ਬੱਚਿਆਂ ਤੋਂ ਸੇਵਾ ਕਰਵਾਉਣੀ ਸੀ, ਉਹ ਉਮਰਾਂ ਦੇ ਵਿੱਚੋਂ ਸੜਕਾਂ ਉੱਤੇ ਰੁਲ ਰਹੇ ਨੇ। ਤਾਂ ਕਿਵੇਂ ਦੇਖਦੇ ਹੋ ਕਿ ਬਜ਼ੁਰਗ ਕਿਹੜੀਆਂ-ਕਿਹੜੀਆਂ ਦਿੱਕਤਾਂ ਕੱਟ ਰਹੇ ਨੇ? ਹੁਣ ਦੇਖੋ ਜੀ, ਉਹ ਬਜ਼ੁਰਗ ਬੈਠੇ ਆ, 85 ਸਾਲ ਦੀ ਉਮਰ ਆ, ਤੇ ਜੇ ਬਾਹਰ ਬੈਠਣ ਨੂੰ ਹਵਾ ਲੱਗ ਗਈ ਤੇ ਇਹਨਾਂ ਨੇ ਵੀ ਫਿਰ ਅਟੈਕ ਹੀ ਆਉਣਾ ਜੀ ਇਹਨਾਂ ਨੂੰ ਵੀ। ਬਾਬਾ ਜੀ ਦੀ 85 ਸਾਲ ਦੀ ਉਮਰ ਹੈ। ਬਾਬਾ ਜੀ ਨਾਲ ਵੀ ਜ਼ਰੂਰ ਇੱਕ ਵਾਰ ਗੱਲਬਾਤ ਕਰਾਂਗੇ। ਬਾਬਾ ਜੀ ਕਿਵੇਂ ਹੋ? ਚੜ੍ਹਦੀ ਕਲਾ ਦੇ ਵਿੱਚੋਂ? ਚੜ੍ਹਦੀ ਕਲਾ ਸੀ ਜੀ। ਬਿਲਕੁਲ ਠੀਕ ਠਾਕ ਹੋ? ਬਿਲਕੁਲ ਠੀਕ ਹੈ ਜੀ। 85 ਸਾਲ ਦੀ ਉਮਰ ਹੈ, ਇੱਥੇ ਸੰਘਰਸ਼ ਦੇ ਵਿੱਚ ਡਟੇ ਹੋਏ ਹੋ। ਕਿਵੇਂ ਨੇ ਹੌਸਲੇ, ਕਿਵੇਂ ਨੇ? ਹੌਸਲੇ ਬੁਲੰਦ ਆ ਜੀ। ਬੁਲੰਦ ਨੇ ਜੀ। ਹਾਂਜੀ। ਆ ਤੁਸੀਂ ਕਿਹਾ ਵੀ ਬੋਲਣ ਦੇ ਵਿੱਚ ਥੋੜੀ ਤਕਲੀਫ ਹੁੰਦੀ ਹੈ, ਕਿ ਦੰਦਾਂ ਕਰਕੇ ਹੋ ਰਹੀ ਹੈ? ਹਾਂ, ਦੰਦ ਹੈ ਨਹੀਂ ਜੀ ਮੇਰੇ ਨਾਲ। ਕੋਈ ਚੰਗੀ ਤਰ੍ਹਾਂ ਰੋਟੀ ਖਾ ਹੁੰਦੀ ਆ। ਪੂਰੇ ਫਿਰ ਕਿਵੇਂ, ਜੋ ਤੁਸੀਂ ਕਹਿੰਦੇ ਰੋਟੀ ਚੰਗੀ ਤਰ੍ਹਾਂ ਨਹੀਂ ਖਾ ਹੁੰਦੀ, ਕਿਵੇਂ ਭੋਜਨ ਛਕਦੇ ਹੋ? ਕਿਵੇਂ ਮਤਲਬ ਇੱਥੇ ਰਹਿ ਰਹੇ ਹੋ? ਭੋਜਨ ਕਰਦਾ ਜੀ ਬਸ ਚਾਹ ਦੇ ਨਾਲ ਬੁਰਕੀ ਪਾ ਕੇ ਕਰਕੇ ਥੋੜੀ ਕਰਕੇ ਛਕ ਲਈ ਦੀ ਹੈ ਜੀ। ਬਹੁਤ ਵੱਡੀ ਕੁਰਬਾਨੀ ਹੈ। ਤੁਸੀਂ ਉਰੇ ਬੜੀਆਂ ਦਿੱਕਤਾਂ ਚੱਲ ਰਹੇ ਹੋ, ਬੜੀਆਂ ਦਿੱਕਤਾਂ ਦੇ ਵਿੱਚ ਇੱਥੇ ਰਹਿ ਰਹੇ ਹੋ, ਪਰ ਕੀ ਉਮੀਦ ਕਰਦੇ ਹੋ ਕਿ ਬਿੱਲ ਵਾਪਸ ਹੋਣਗੇ? ਬਿੱਲ ਅਸੀਂ ਜਿੱਤ ਕੇ ਜਾਵਾਂਗੇ ਜੀ। ਮਹਾਰਾਜ ਦੀ ਮਿਹਰ ਆ, ਸੱਚੇ ਪਾਤਸ਼ਾਹ ਦੀ। ਅਸੀਂ ਅੱਜ ਤਾਈਂ ਮੋਰਚਿਆਂ ਦੇ ਵਿੱਚ ਜਿੱਥੇ ਵੀ ਗਏ ਆ, ਖਾਲਸਾ ਡਟ ਕੇ ਮੋਰਚੇ ਡਟੇ ਆ। ਮਹਾਰਾਜ ਸਾਡੀ ਮਦਦ ਕਰਦਾ, ਹੁਣ ਵੀ ਮਹਾਰਾਜ ਸਾਡੇ ਵਿੱਚ ਆ, ਸਾਡੀ ਮਦਦ ਕਰਨਗੇ। ਤੇ ਪਿੰਡ ਦੇ ਨੌਜਵਾਨ ਕਿਵੇਂ ਸਾਥ ਦੇ ਰਹੇ ਨੇ? ਚੜ੍ਹਦੀ ਕਲਾ ਜੀ। ਚੜ੍ਹਦੀ ਕਲਾ 'ਚ ਨੌਜਵਾਨ ਸਾਡੇ ਨਾਲ ਅੱਗੇ ਵਧੇ ਹੋਏ ਆ ਜੀ। ਅਸੀਂ ਪਿੱਛੇ ਆ, ਅੱਗੇ ਅਸੀਂ ਮੂਹਰੇ ਹੁੰਦੇ ਸੀ, ਹੁਣ ਪਿੱਛੇ ਆ। ਨੌਜਵਾਨ ਸਾਡੇ ਅੱਗੇ ਆ। ਜੀ। ਹਾਂਜੀ। ਤਾਂ ਬਾਬਾ ਜੀ ਬੜੀ ਵੱਡੀ ਕੁਰਬਾਨੀ ਹੈ ਬਾਬਾ ਜੀ ਦੀ, ਜੋ 85 ਸਾਲ ਦੀ ਉਮਰ ਦੇ ਵਿੱਚ ਇੱਥੇ ਸੰਘਰਸ਼ ਦੇ ਵਿੱਚ ਡਟੇ ਹੋਏ ਨੇ। ਤਾਂ ਉਹਨਾਂ ਨੇ ਦੱਸਿਆ ਵੀ ਹੈ ਕਿ ਦੰਦਾਂ ਕਰਕੇ ਉਹਨਾਂ ਨੂੰ ਬੋਲਣ ਤੱਕ ਦੀ ਵੀ ਤਕਲੀਫ ਹੈ। ਕੁਝ ਸਮਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ। ਭੋਜਨ ਛਕਣ ਲੱਗੇ ਵੀ ਬੜੀ ਤਕਲੀਫ ਆਉਂਦੀ ਹੈ। ਚਾਹ ਦੇ ਵਿੱਚ ਬੁਰਕੀਆਂ ਡਬੋ ਕੇ ਬੁੱਟਾਂ ਦੇ ਨਾਲ ਬੜੇ ਮੁਸ਼ਕਿਲ ਦੇ ਨਾਲ ਚੱਬ ਕੇ ਉਹ ਖਾਂਦੇ ਨੇ। ਬੜੀ ਮੁਸ਼ਕਿਲ ਦੇ ਨਾਲ ਇੱਥੇ ਰਹਿ ਰਹੇ ਨੇ। ਪਰ ਇਹ ਹੌਸਲਿਆਂ ਦੀ ਉਦਾਹਰਨਾਂ ਨੇ, ਜੋ ਬੁਲੰਦ ਹੌਸਲੇ ਪੰਜਾਬੀਆਂ ਦੇ, ਸਿੱਖਾਂ ਦੇ ਕਹੇ ਜਾਂਦੇ ਨੇ। ਇਹ ਉਦਾਹਰਨਾਂ ਨੇ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸਿਆ ਜਾਵੇਗਾ। ਇਹ ਇਤਿਹਾਸ ਰਚਿਆ ਜਾਵੇਗਾ। ਇਤਿਹਾਸ ਦੇ ਵਿੱਚ ਇਹ ਗੱਲਾਂ ਦਰਜ ਹੋਣਗੀਆਂ
ਕਿ ਕਿਵੇਂ ਸਾਡੇ 85 ਸਾਲਾਂ ਦੇ ਬਜ਼ੁਰਗ ਬਾਬੇ ਸੰਘਰਸ਼ ਦੇ ਵਿੱਚ ਡਟੇ ਸਨ। ਇਹ ਬਾਬਾ ਦੀਪ ਸਿੰਘ ਦੇ ਵਾਰਸ ਨੇ ਜਿਹੜੇ ਇਸ ਸੰਘਰਸ਼ ਦੇ ਵਿੱਚ ਬੁਲੰਦ ਹੌਸਲੇ ਨਾਲ ਡਟੇ ਹੋਏ ਨੇ। ਬਾਬਾ ਜੀ ਤੁਹਾਡੇ ਤੋਂ ਗੱਲਬਾਤ ਫੇਰ ਅੱਗੇ ਤੋਰਦੇ ਹਾਂ। ਸਰਕਾਰ ਮੰਨ ਨਹੀਂ ਰਹੀ, ਕੀ ਲੱਗਦਾ ਹੈ ਕਿ ਮੰਨੂ ਜਾਂ ਤੁਸੀਂ ਫਿਰ ਮਨਾ ਕੇ ਹੀ ਜਾਓਗੇ? ਨਹੀਂ, ਮਨਾ ਕੇ ਹੀ ਜਾਣਾ ਜੀ, ਇਹ ਤਾਂ ਠੀਕ ਹੈ। ਮਨਾਏ ਤੋਂ ਬਿਨਾਂ ਤਾਂ ਜਾਣਾ ਨਹੀਂਗਾ। ਬੁਲੰਦ ਹੌਸਲੇ ਜੀ ਸਾਰੇ ਬੱਚਿਆਂ ਦੇ ਵੀ ਆ, ਬਜ਼ੁਰਗਾਂ ਦੇ ਵੀ ਆ। ਇਹ ਤਾਂ ਮਨਾਏ ਤੋਂ ਬਿਨਾਂ ਤਾਂ ਕਿਸੇ ਨੇ ਜਾਣਾ ਨਹੀਂ। ਜਦੋਂ ਇਹ ਸੌਹਾਂ ਹੀ ਖਾ ਕੇ ਬੈਠੇ ਆ, ਹੁਣ ਮਤਲਬ ਚੱਲੀ ਜਾਂਦਾ ਪਿੰਡਾਂ ਦੇ ਵਿੱਚ ਮਰਜੀ ਬੜੇ ਤਿਆਰ ਕਰਨ ਲਈ। ਜਿਹੜੇ ਮਰਜੀ ਬੜੇ ਆਉਣਗੇ, ਮਤਲਬ ਦੇਖੋ ਜੀ, ਉਹਨਾਂ ਦੇ ਨਾਲ ਅਸੀਂ ਵੀ ਬੈਠੇ ਆ ਇੱਥੇ। ਜੇ ਕੋਈ ਮਤਲਬ ਕੁਰਬਾਨੀ ਦੇਣੀ ਪੈਂਦੀ ਹੈ, ਕੁਰਬਾਨੀ ਲਈ ਤਿਆਰ ਆ ਜੀ ਉਹਦਾ। ਠੀਕ ਹੈ ਜੀ। ਬਾਪੂ ਜੀ 26 ਤਰੀਕ ਨੂੰ ਫਿਰ ਦਿੱਲੀ ਜਾਣ ਦੀ ਤਿਆਰੀ ਹੈ ਜੀ? ਪੂਰੀ ਤਿਆਰੀ ਹੈ ਜੀ। ਸਾਡੀ ਤਾਂ ਜਨਤਾ ਭੜਕੀ ਪਈ ਆ ਪੂਰੀ, ਪੱਟਾਂ ਦੇ ਹੱਥ ਆ ਮਾਰ। ਬਾਬਾ ਜੀ ਦੁਬਾਰਾ ਦੱਸਿਓ, ਬਾਬਾ ਜੀ ਦੁਬਾਰਾ ਦੱਸਿਓ। ਹਾਂ, ਜਿਹੜੀ ਗੱਲ ਕਹੀ ਹੈ। ਪੱਟਾਂ ਦੇ ਹੱਥ ਮਾਰਦੇ ਆ ਜੀ। ਏਦਾਂ ਕਦੋਂ ਸਾਨੂੰ ਮੌਕਾ 26 ਤਰੀਕ ਆਵੇ, ਅਸੀਂ ਕਦੋਂ ਉਹਨਾਂ ਟੱਕਰ ਲੱਗੇ ਜਾ ਕੇ। ਯਾਨੀ ਕਿ ਉਡੀਕ ਰਹੇ ਹੋ 26 ਤਰੀਕ? ਹਾਂਜੀ, 26 ਚੜ੍ਹਦੀਆਂ ਕਲਾ ਡੀਕਦੇ ਆ ਜੀ। ਕਿਆ ਬਾਤ ਹੈ ਜੀ, ਬਾਬਾ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ। ਕਹਿੰਦੇ ਪੱਟਾਂ ਤੇ ਹੱਥ ਮਾਰ ਕੇ ਉਡੀਕਦੇ ਆ। ਸਾਡੇ ਮਗਰ ਸਾਡੇ ਨੌਜਵਾਨ ਵੀਰ ਵੀ ਖੜੇ ਨੇ, ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਬਾਈ ਜੀ ਸੰਘਰਸ਼ ਵਿੱਚ ਡਟੇ ਹੋਏ ਹੋ, ਕਿਵੇਂ ਲੱਗਦਾ? ਬਸ ਤੁਹਾਡੇ ਸਾਹਮਣੇ ਹੈ ਜੀ ਸੰਘਰਸ਼। ਜਿੰਨਾ ਟਾਈਮ ਇਹ ਮਤਲਬ ਚੱਲਦਾ ਵਾ ਇੱਥੇ ਆ, ਕੋਈ ਹੋਲਡ ਵਾਲਾ ਨਹੀਂਗਾ। ਇਹ ਸਾਰਾ ਮੰਨ ਲਓ ਰੱਦ ਕਰਾ ਕੇ ਜਾਣਾ ਵਾ, ਹੋਲਡ ਵਾਲਾ ਹੀ ਇਹਦੇ ਵਿੱਚ ਕੋਈ ਗੱਲ ਨਹੀਂ। ਤੇ ਜਿੰਨਾ ਟਾਈਮ ਇਹ ਰੱਦ ਨਹੀਂ ਕਰਦੇ ਉਹਨਾਂ ਟਾਈਮ ਅਸੀਂ ਇੱਥੇ ਹੀ ਆ। ਸੁਪਰੀਮ ਕੋਰਟ ਜਿਹੜੀ ਹੋਲਡ ਵਾਲੀ ਗੱਲ ਕਹਿ ਰਹੀ, ਉਹਨੂੰ ਕਿਵੇਂ ਦੇਖਦੇ ਹੋ ਕਿ ਲੋਲੀਪੌਪ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਇੱਕ? ਅੱਛਾ ਜੀ। ਇਹਨਾਂ ਦਾ ਮਤਲਬ ਕਹਿਣ ਦਾ ਇਹ ਆ ਵੀ ਇਹਨਾਂ ਨੂੰ ਹੋਲਡ ਦਾ ਬਹਾਨਾ ਬਣਾ ਕੇ, ਜਰੀਆ ਬਣਾ ਕੇ ਇੱਥੋਂ ਕੇਰਾਂ ਤੋੜ ਦਈਏ, ਵੀ ਇਹਨਾਂ ਨੂੰ ਖੰਡਾ ਦਈਏ। ਇਹ ਖਿੰਡਣ ਵਾਲੀ ਹੁਣ ਗੱਲ ਰਹੀ ਨਹੀਂ ਜੀ। ਇਹ ਹੁਣ ਉਹਨੂੰ ਪਤਾ ਨਹੀਂ ਸੀ ਵੀ ਇਹ ਕੁਛ ਕਰ ਜਾਣਗੇ ਜਿਹੜਾ ਕੁਛ ਕਰੀ ਬੈਠੇ ਆ। ਅਸੀਂ ਉਹਨੂੰ ਸੀ ਐ ਵੀ ਹਰਿਆਣੇ ਨੂੰ ਦਬਾ ਲਿਆ, ਪੰਜਾਬ ਤਾਂ ਕੀ ਚੀਜ਼ ਆ, ਇਹ ਤਾਂ ਨਸ਼ਿਆਂ ਨੇ ਉਹੀ ਬਸ ਜਿਹੜੇ ਹੈਗੇ ਆ ਅਸੀਂ ਦਬਾ ਲਾਂਗੇ। ਪਰ ਹੁਣ ਦਬੜ ਦੋ ਮੈਂ ਜਿਹੜੇ ਨਸ਼ਿਆਂ ਵਾਲੇ ਤੇ ਕੱਢਤੇ ਮੈਨੂੰ ਲੱਗਦਾ। ਮੈਂ ਕਹੀ ਤੁਹਾਡੇ ਸਾਹਮਣੇ ਕੱਢੀ ਜਾਂਦੇ ਆ, ਰਹਿੰਦੀ ਹੁੰਦੀ 26 ਨੂੰ ਕੱਢ ਦਿਆਂਗੇ। ਹਾਂਜੀ। ਤੇ ਇੱਕ ਜਿਵੇਂ ਬਾਬਾ ਜੀ ਨੇ ਕਿਹਾ ਕਿ ਪੱਟਾਂ ਦੇ ਹੱਥ ਮਾਰ ਕੇ ਅਸੀਂ ਤਾਂ ਉਡੀਕ ਰਹੇ ਆ। ਸਾਡੇ ਬਜ਼ੁਰਗਾਂ ਦੇ ਹੌਸਲੇ ਦੇਖ ਕੇ ਨੌਜਵਾਨਾਂ 'ਚ ਬੜਾ ਉਤਸ਼ਾਹ ਆਉਂਦਾ ਹੋਊਗਾ। ਆ ਤੁਸੀਂ ਦੇਖ ਲਓ ਜੀ ਕਿੰਨੀ ਹਵਾ ਤੇਜ਼ ਚੱਲਦੀ ਆ। ਆ ਤੁਹਾਡੇ ਸਾਹਮਣੇ ਉਹਨੇ ਨਹਾ ਕੇ ਆਇਆ। ਤੇ ਹੁਣ ਫਿਰ ਸਾਡੇ ਜਦੋਂ ਪਿਓ ਦਾਦੇ ਬੈਠੇ ਆ ਤੇ ਫਿਰ ਹੁਣ ਅਸੀਂ ਕਿਵੇਂ ਪਿੱਛੇ ਹਟ ਜਾਾਂਗੇ? ਬਾਈ ਜੀ ਦੱਸ ਨੂੰ ਆ ਕੇ ਆਏ ਨੇ, ਹੁਣ ਵੀ ਇੱਕ ਲੋਈਓ ਲਈ ਖੜੇ ਨੇ। ਬਾਈ ਜੀ ਇਹ ਹੌਸਲੇ ਨੇ ਕਿ ਦੇਖੋ ਆਪਾਂ ਜੇ ਘਰਾਂ ਦੇ ਵਿੱਚ ਵੀ ਰਹਨੇ, ਆਪਾਂ ਜਦੇ ਨਹਾ ਕੇ ਆਪਾਂ ਛੇਤੀ ਤੇ ਗਰਮ ਕੱਪੜਿਆਂ 'ਚ ਜਾਣ ਦੀ ਕੋਸ਼ਿਸ਼ ਕਰਦੇ ਆ, ਪਰ ਉਰੇ ਸਰਦ ਰਾਤਾਂ ਦੇ ਵਿੱਚ ਠੰਡੀਆਂ ਹਵਾਵਾਂ ਦੇ ਵਿੱਚ ਸੜਕਾਂ ਉੱਤੇ ਬੈਠ ਕੇ ਦਿਨ ਕੱਟ ਰਹੇ ਹੋ। ਬਾਈ ਜੀ ਹੌਸਲੇ ਕਿਵੇਂ ਨੇ? ਸਭ ਤੋਂ ਪਹਿਲਾਂ ਮੈਂ ਹੌਸਲਿਆਂ ਬਾਰੇ ਫਿਰ ਪੁੱਛਦਾ। ਹੌਸਲੇ ਸਾਡੇ ਪੂਰੇ ਚੜ੍ਹਦੀ ਕਲਾ ਚ ਆ ਜੀ। ਜੀ ਜੀ। ਤੇ ਵਾਹਿਗੁਰੂ ਦੇ ਮੂਹਰੇ ਅਰਦਾਸ ਬੇਨਤੀ ਕਰਦੇ ਆ ਤੇ ਆਈ ਰੱਖੇ। ਠੰਡ ਲੱਗਦੀ ਹੈ ਜੀ? ਉਹ ਠੰਡ ਕੀ ਲੱਗਣੀ ਆ ਯਾਰ। ਅੱਛਾ ਜੀ। ਠੰਡ ਵਾਲੇ ਪਾਸੇ ਤਾਂ ਦਿਮਾਗ ਜਾਂਦਾ ਹੀ ਨਹੀਂ। ਦਿਮਾਗ ਤਾਂ 26 ਤੇ ਡਿੱਗਿਆ ਪਿਆ। 26 ਤੇ ਹਾਂ ਵੀ ਸਾਨੂੰ ਜਥੇਬੰਦੀਆਂ ਦੱਸਣ ਕੁਛ ਵੀ ਕੀ ਕਰਨਾ, ਕੀ ਹੋਣਾ, ਕੀ ਨਹੀਂ। ਬਸ ਤੇ ਜਥੇਬੰਦੀਆਂ ਦੇ ਆਗੂਆਂ ਦੇ ਜਿਹੜੇ ਫੈਸਲੇ ਨੇ ਉਹਨਾਂ ਤੋਂ ਸੰਤੁਸ਼ਟ ਹੋ ਜੀ? ਹਾਂਜੀ ਪੂਰੇ ਜੀ। ਜੇ ਉਹਨਾਂ ਨੇ ਸਾਨੂੰ ਮੰਨ ਲਓ ਹੁਣ ਵੀ ਕਹਿਤਾ ਵੀ ਆਪਣਾ ਕਲੀਅਰ ਹੋ ਗਿਆ, ਤੁਸੀਂ ਚਲੋ, ਅਸੀਂ ਤਾਂ ਉਹਦੀ ਸੈਲਫਾਂ ਮਾਰ ਦੇਣੀਆਂ। ਕੀ ਬਾਤ ਹੈ ਜੀ, ਕੀ ਬਾਤ ਹੈ। ਇੱਕ ਬਾਈ ਜੀ ਆਪਣੇ ਜਿਵੇਂ ਗੱਲ ਹੁੰਦੀ ਹੈ ਕਿ ਪੰਜਾਬੀਆਂ ਦੀ ਜਿੱਥੇ ਆੜੀ ਪੈ ਜਾਂਦੀ ਹੈ, ਪੰਜਾਬੀ ਉੱਥੇ ਆਉਂਦੇ ਜਾਂਦੇ ਰਹਿੰਦੇ ਨੇ। ਹੁਣ ਉਰੇ ਦੇ ਆਮ ਲੋਕਾਂ ਨਾਲ ਵੀ ਆੜੀ ਵਧੀਆ ਪੈ ਗਈ ਹੋਊਗੀ। ਮੈਂ ਕਿਹਾ ਜੀ ਆ ਪਿੱਛੇ ਘਰ ਆ, ਬੰਦੇ ਇੱਥੇ ਕਿਰਾਏ ਤੇ ਰਹਿੰਦੇ ਆ, ਉਹ ਵਿਚਾਰਿਆਂ ਨੇ ਇੰਨੀ ਸਾਡੀ ਹੈਲਪ ਕੀਤੀ, ਕੋਈ ਪਾਣੀ ਦੀ, ਕੋਈ ਲੈਂਟਰੀਨ ਬਾਥਰੂਮ ਦੀ। ਉਹਨਾਂ ਨੇ ਸਾਨੂੰ 1-2 ਦਿਨ ਪਹਿਲਾਂ ਕਹਿ ਗਿਆ ਵੀ ਜੇ ਕਿਸੇ ਤੁਹਾਡੇ ਕੋਈ ਬਜ਼ੁਰਗ ਆ ਜਾਂ ਕੋਈ ਜਾ ਨਹੀਂ ਸਕਦਾ, ਤੁਸੀਂ ਸਾਡੇ ਕੋਲ ਆ ਸਕਦੇ ਹੋ, ਉੱਥੇ ਲੈਂਟਰੀਨ ਬੈਠ ਸਕਦੇ ਹੋ, ਨਹਾ ਸਕਦੇ ਹੋ। ਜਾਣੀ ਕਿ ਇੰਨਾ ਪਿਆਰ ਉਹਨਾਂ ਨਾਲ ਪੈ ਗਿਆ। ਬਾਕੀ ਮੇਨ ਗੱਲ ਜਿਹੜੀ ਇਹਨਾਂ ਸਰਕਾਰਾਂ ਨੇ ਹਰਿਆਣਾ ਜਾਂ ਮੰਨ ਲਓ ਗਲਤ ਫਹਿਮੀਆਂ ਪਾਤੀਆਂ ਸੀ ਨਾ, ਉਹ ਸਾਰੀਆਂ ਨਿਕਲ ਗਈਆਂ ਹੁਣ। ਤੇ ਹਰਿਆਣੇ ਵਾਲਿਆਂ ਨਾਲ ਵਰਤ ਕੇ ਫਿਰ ਕਿਵੇਂ ਲੱਗਿਆ? ਬਹੁਤ ਵਧੀਆ ਜੀ। ਇੱਥੇ ਆਉਂਦੇ ਆ, ਪੂਰਾ ਮਤਲਬ ਸਤਿਕਾਰ ਕਰਦੇ ਆ, ਅਸੀਂ ਉਹਨਾਂ ਦਾ ਕਰਦੇ ਆ, ਸਾਨੂੰ ਜੱਫੀਆਂ ਪਾਉਂਦੇ ਆ। ਬਸ ਹੁਣ ਉਹ ਸਾਨੂੰ ਸਿੱਧੀਆਂ ਗੱਲਾਂ ਇਹ ਕਹਿੰਦੇ ਆ ਵੀ ਅਸੀਂ ਸਰਕਾਰ ਤੋਂ ਹੁਣ ਕੋਈ ਮੰਗ ਨਹੀਂ ਰੱਖਣੀ, ਅਸੀਂ ਪੰਜਾਬ ਦੇ ਵੀਰਾਂ ਤੋਂ ਹੁਣ ਪਾਣੀ ਵੀ ਜੇ ਮੰਗਣਾ ਹੋਇਆ ਤਾਂ ਸਿੱਧਾ ਮੰਗਾਂਗੇ। ਹਾਂਜੀ। ਤੇ ਚਲੋ ਪਾਣੀਆਂ ਦੇ ਮੁੱਦੇ ਅੱਗੇ ਜਾ ਕੇ ਵਿਚਾਰੇ ਜਾਣਗੇ, ਵਿਚਾਰੇ ਜਾ ਸਕਦੇ ਨੇ। ਜਿਵੇਂ ਸਾਡੇ ਕਿਸਾਨ ਵੀਰ ਚਾਹਣਗੇ ਉਦਾਂ ਇਹ ਮਸਲਿਆਂ ਨੂੰ ਕੀਤਾ ਜਾ ਸਕਦਾ। ਪਰ ਕਿਸਾਨੀ ਦੇ ਉੱਤੇ ਆਪਾਂ ਗੱਲਬਾਤ ਕਰੀਏ ਕਿ ਜੇਕਰ ਇਹ ਬਿੱਲ ਲਾਗੂ ਹੋ ਜਾਂਦੇ ਨੇ, ਪੰਜਾਬ ਦੇ ਭਵਿੱਖ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਲਾਗੂ ਨਹੀਂ ਜੀ ਹੋਣ ਦੇਣੇ, ਕੁਛ ਹੋ ਜਾਣ ਜੀ। ਬਸ ਗੱਲ ਹੀ ਇੱਕ ਆ ਜੀ, ਗੱਲ ਹੀ ਆ ਰੱਖਣੀ ਆ ਪੱਕੀ। ਜੇ ਲਾਗੂ ਹੋ ਗਿਆ ਅਸੀਂ ਕਰਾਂਗੇ ਕੀ? ਸਾਡੇ ਪੱਲੇ ਕੀ ਰਹੂਗਾ ਜੀ? ਸਾਡੇ ਪੱਲੇ ਨਹੀਂ ਕੱਖ ਰਹਿਣਾ। ਸਾਨੂੰ ਸਾਡੇ ਖੇਤਾਂ ਦੇ ਵਿੱਚ ਇਹ ਦਿਹਾੜੀਆਂ ਕਰਵਾਉਣੇ ਚਾਹੁੰਦੇ ਆ ਜੀ। ਜਿਹੜਾ ਇਹਨਾਂ ਦੀ ਸੋਚ ਆ ਵੀ ਇਹਨਾਂ ਦੀਆਂ ਖੇਤਾਂ ਦੇ ਵਿੱਚ ਇਹ ਆਪ ਦਿਹਾੜੀਆਂ ਕਰਨ, ਸਾਡੇ ਥੱਲੇ ਚੱਲਣ, ਜਿਹੜੀ ਇਹ ਮਤਲਬ ਪੰਜਾਬ ਇਹ ਕਦੇ ਬਰਦਾਸ਼ਤ ਨਹੀਂ ਕਰੂਗਾ ਜੀ। ਤੇ ਬਾਈ ਜੀ ਜਿਵੇਂ ਨੌਜਵਾਨਾਂ ਦੇ ਵਿੱਚ ਜੋਸ਼ ਹੁੰਦਾ, ਜੋਸ਼ ਉਬਾਲਾ ਵੀ ਮਾਰਦਾ ਹੈ,
ਕਈ ਨੌਜਵਾਨਾਂ ਨੇ ਸਭ ਤੋਂ ਮੂਹਰੇ ਹੋ ਕੇ ਬੈਰੀਕੇਡ ਭੰਨੇ ਨੇ, ਪਾਣੀ ਦੀਆਂ ਬੁਛਾਰਾਂ ਦੇ ਮੂੰਹ ਮੋੜਤੇ, ਪਰ ਉਹਨਾਂ ਨੌਜਵਾਨਾਂ ਦੇ ਉੱਤੇ ਪਰਚੇ ਪਾਏ ਜਾਂਦੇ ਨੇ। ਜਿਵੇਂ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਲੀਡਰਾਂ ਦੇ ਜਿਹੜੇ ਵਿਰੋਧਤਾ ਕਰਦੇ ਨੇ ਉਹਨਾਂ ਤੇ ਪਰਚੇ ਪਾ ਦਿੱਤੇ ਜਾਂਦੇ ਨੇ, ਤਾਂ ਉਹ ਕਿਵੇਂ ਦੇਖਦੇ ਹੋ? ਪੰਜਾਬ ਸਰਕਾਰ ਵੀ ਉਹ ਪਰਚੇ ਪਾ ਰਹੀ ਹੈ, ਹਰਿਆਣਾ ਸਰਕਾਰ ਨੇ ਵੀ ਪਰਚੇ ਪਾਏ ਨੇ, ਇਹਨਾਂ ਸਰਕਾਰਾਂ ਦੇ ਇਹਨਾਂ ਕੰਮਾਂ ਨੂੰ ਕਿਵੇਂ ਦੇਖਦੇ ਹੋ? ਉਹ ਦੇਖੋ ਜੀ ਬਹੁਤ ਗਲਤ ਕਰ ਰਹੇ ਆ। ਉਹਨਾਂ ਨੂੰ ਆਏ ਆ ਵੀ ਇਹ ਪਰਚੇ ਪਾ ਕੇ 1 ਤੇ ਪਾ ਦੋ 2 ਤੇ ਪਾ ਦੋ ਵੀ ਇਹ ਡਰ ਜਾਣਗੇ। ਹੁਣ ਡਰਨ ਡਰਨ ਵਾਲਾ ਤਾਂ ਕੋਈ ਕੰਮ ਹੀ ਨਹੀਂ ਰਿਹਾ ਜੀ। ਕਿੰਨੇ ਕਿਤੇ ਪਾ ਦੇਣਗੇ, ਕਿੰਨੀਆਂ ਕਿ ਜੇਲਾਂ ਭਰ ਲੈਣਗੇ ਜੀ। ਇੱਥੇ ਕਿਤੇ ਥੋੜੇ ਬੈਠੇ ਆ, ਤੁਸੀਂ ਆਪ ਹੀ ਦੇਖ ਲਓ ਜੀ। ਇਹ ਡਰਨ ਵਾਲੀ ਕੋਈ ਗੱਲ। ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਸਿਆਸੀ ਆਗੂਆਂ ਤੋਂ ਬੜੇ ਨਿਰਾਸ਼ ਨੇ ਕਿ ਉਹਨਾਂ ਨੇ ਅੱਜ ਤੱਕ ਕਹਿੰਦੇ ਕੁਝ ਚੰਗਾ ਕੰਮ ਨਹੀਂ ਕੀਤਾ। ਨੌਜਵਾਨਾਂ ਦਾ ਅਕਸਰ ਕਹਿਣਾ ਹੈ, ਕਹਿੰਦੇ ਰਹਿੰਦੇ ਨੇ, ਸੁਣਨ ਦੇ ਵਿੱਚ ਆਉਂਦਾ ਰਹਿੰਦਾ ਹੈ। ਕੀ ਕਿਸਾਨ ਆਗੂਆਂ ਨੂੰ ਅੱਗੇ ਸਿਆਸਤ ਦੇ ਵਿੱਚ ਆਉਣਾ ਚਾਹੀਦਾ? ਹੁਣ ਦੇਖੋ ਜੀ, ਜਿਵੇਂ ਹੁਣ ਸਾਡੇ ਮਤਲਬ ਜਿਹੜੇ ਬੰਦੇ ਮੂਹਰੇ ਲੱਗੇ ਆ, ਮਤਲਬ ਵਧੀਆ ਕੰਮ ਕਰਦੇ ਆ, ਜਾਂ ਹੁਣ ਮਤਲਬ ਜਿਵੇਂ ਹੁਣ ਨਵੇਂ ਮੁੰਡੇ ਆ, ਪੜ੍ਹੇ ਲਿਖੇ ਆ, ਇਹਨਾਂ ਨੂੰ ਪਹਿਲ ਕਰਨੀ ਚਾਹੀਦੀ ਆ। ਜਾਂ ਜੰਗ ਹੁਣ ਅੱਗੇ ਸੀਗਾ ਸਿਸਟਮ ਵੀ ਚਲੋ ਇੰਨੀ ਨਾ ਤਾਂ ਫੋਨ ਸਿਸਟਮ ਸੀਗਾ ਨਾ ਨੈਟਵਰਕ ਸੀ, ਹੁਣ ਤਾਂ ਘਰ ਘਰ ਬੰਦੇ ਜਾਗਰੂਕ ਬੈਠੇ ਆ। ਠੀਕ ਹੈ ਕਿ ਨਹੀਂ? ਘਰ ਘਰ ਜਾਗਰੂਕ ਹੋਣ ਕਰਕੇ ਹੁਣ ਤਾਂ ਮਾੜੀ ਜੀ ਗੱਲ ਹੁੰਦੀ ਆ ਆਲ ਵਰਲਡ 'ਚ ਫੈਲ ਜਾਂਦੀ ਆ। ਹਾਂਜੀ। ਤੇ ਬਾਬਾ ਜੀ ਨਾਲ ਗੱਲਬਾਤ ਕਰਦੇ ਆ। ਬਾਬਾ ਜੀ, ਸੰਘਰਸ਼ ਦੇ ਵਿੱਚ ਆਏ ਹੋ, ਠੰਡ ਠੁੰਡ ਤਾਂ ਨਹੀਂ ਲੱਗਦੀ ਜੀ? ਨਹੀਂ ਜੀ, ਠੰਡ ਕਿੱਥੇ, ਡਟੇ ਹੋਏ ਆ ਪੂਰੇ? ਪੂਰੇ ਡਟੇ ਆ ਜੀ। ਅਸੀਂ ਗੁੱਠੇ ਲਾ ਕੇ ਜਾਵਾਂਗੇ। ਮੋਦੀ ਮੰਨਦਾ ਨਹੀਂ ਹੈਗਾ। ਮੈਂ ਮਨਾ ਲਾਂਗੇ ਛੱਡਦੇ ਨਹੀਂ ਗੇ। ਯਾਨੀ ਕਿ ਜਿਹੜਾ ਆਪਾਂ ਕਹਿ ਦਈਏ ਕਿ ਪੰਜਾਬੀਆਂ ਦੀ ਇੱਕ ਆਦਤ ਹੈ, ਜਿਹੜੇ ਧੌਣ ਚਕੀਲਾ ਉਹ ਕੱਢਦੇ ਰਹਿੰਦੇ ਨੇ। ਕੱਢ ਕੇ ਜਾਓਗੇ? ਕੱਢ ਕੇ ਜਾਵਾਂਗੇ ਜੀ, ਕੱਢ ਕੇ। ਜਦੋਂ ਆ ਹੀ ਗਏ, ਸਿਰ ਤੇ ਖੱਪਣ ਬੰਨ ਕੇ ਆਏ ਆ। ਹਾਂ, ਸਿਰ ਤੇ ਖੱਪਣ ਬੰਨ 20 ਕੇ। ਤਰੀਕ ਨੂੰ ਫਿਰ ਆਰ ਪਾਰ ਦੀ ਲੜਾਈ ਲੜਨ ਨੂੰ ਤਿਆਰ? ਜੀ ਹਾਂਜੀ, ਪੂਰੇ ਜੋਸ਼ 'ਚ ਆ ਜੀ। ਤੇ ਬਾਈ ਜੀ, ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਹੈ ਕਿ ਕਿਸਾਨਾਂ ਨੂੰ 26 ਤਰੀਕ ਨੂੰ ਦਿੱਲੀ ਵੜਨ ਤੋਂ ਰੋਕਣ ਦੀ ਇਜਾਜ਼ਤ ਦਿੱਤੀ ਜਾਵੇ। ਜੇ ਸੁਪਰੀਮ ਕੋਰਟ ਇਜਾਜ਼ਤ ਦਿੰਦੀ ਹੈ ਤਾਂ ਉਹਦੀ ਇਜਾਜ਼ਤ ਨੂੰ ਕਿਵੇਂ ਦੇਖਦੇ ਹੋ ਕਿ ਇਹ ਲੋਕਤੰਤਰ ਦਾ ਘਾਣ ਹੈ? ਦੇਖੋ ਜੀ, ਹੁਣ ਇਹ ਤਾਂ ਮਤਲਬ ਜਥੇਬੰਦੀਆਂ ਨੇ ਜਿਵੇਂ ਸਾਨੂੰ ਹੁਕਮ ਕਰਤਾ, ਇਹ ਤਾਂ ਉਦਾਂ ਹੀ ਹੋਣਾ ਵਾ। ਜੇ ਉਹਨਾਂ ਨੇ ਕਹਿਤਾ ਵੀ ਆਪਾਂ ਵੜਨਾ ਤਾਂ ਵੜਨਾ ਹੀ ਆ ਜੀ। ਉਹ ਕਿਵੇਂ ਵੜਨਾ ਜਾਂ ਕਿਵੇਂ ਹੋਊ, ਉਹ ਤਾਂ ਹੁਣ ਜਾਂ ਮਤਲਬ ਸਾਡਾ ਰੱਬ ਜਾਣਦਾ ਜਾਂ ਅਸੀਂ ਜਾਣਦੇ ਆ। ਜਿਹੜੀ ਕਿ ਜਥੇਬੰਦੀਆਂ ਦੇ ਨਾਲ ਪੂਰਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋ ਆਗੂਆਂ ਦੇ ਨਾਲ। ਹਾਂਜੀ ਹਾਂਜੀ, ਪੂਰਾ। ਜਦੋਂ ਸਾਡੇ ਨਾਲ ਖੜਦੇ ਆ, ਅਸੀਂ ਕਿਉਂ ਨਾ ਖੜਾਂਗੇ ਜੀ। ਬਿਲਕੁਲ ਜੀ, ਬਿਲਕੁਲ। ਅੱਗੇ ਸਾਡੇ ਬਾਪੂਆਂ, ਸਾਡੇ ਜਿਹੜੇ ਬਜ਼ੁਰਗ ਬਾਬੇ ਨੇ, ਇਹਨਾਂ ਨਾਲ ਗੱਲਬਾਤ ਕਰਦੇ ਆ। ਬਾਬਾ ਜੀ, ਕੀ ਕਿਸਾਨ ਆਗੂਆਂ ਨੂੰ ਅੱਗੇ ਸਿਆਸਤ ਦੇ ਵਿੱਚ ਆਉਣਾ ਚਾਹੀਦਾ? ਅਸੀਂ ਇਹ ਕਹਿੰਦੇ ਆ ਜੀ, ਜਿਹੜੇ ਦੇਖੋ ਹੁਣ ਲੜਦੇ ਆਉਂਦੇ ਆ ਸਾਡੇ ਨਾਲ, ਸਾਡੇ ਕਿਸਾਨ ਆਗੂ ਆ, ਉਹ ਬਹੁਤ ਸੂਝ-ਬੂਝ ਹੋ ਗਏ। ਅੱਗੇ ਕਿਸਾਨ ਆਗੂਆਂ ਨੂੰ ਹੁੰਦਾ ਸੀ ਇਹ ਖਰੀਦ ਲੈਂਦੇ ਸੀ। ਹੁਣ ਇਹਨਾਂ ਨੂੰ ਆ ਕੇ ਇਹਨਾਂ ਨੂੰ ਆਪ ਦਾ ਪਲੇਟਫਾਰਮ ਬਣਾਉਣਾ ਚਾਹੀਦਾ। ਇਹਨਾਂ ਨੂੰ ਆਪ ਦੇ ਬੰਦੇ ਨੁਮਾਇੰਦਗੇ ਖੜਾਉਣੇ ਚਾਹੀਦੇ ਆ। ਅਸੀਂ ਦੂਜੀਆਂ ਸਰਕਾਰਾਂ ਤਾਂ ਦੇਖ ਹੀ ਲਈਆਂ, ਉਹ ਤਾਂ ਸਾਨੂੰ ਵੇਚਣ ਵਾਲੀਆਂ ਹੀ ਆ। ਜੇ ਆਪ ਖੜਨਗੇ ਤਾਂ ਸਾਡਾ ਭਵਿੱਖ ਮਾੜਾ ਮੋਟਾ ਸੁਧਰ ਵੀ ਜਾਊ, ਭ੍ਰਿਸ਼ਟਾਚਾਰ ਵੀ ਮੁੱਕ ਜੂਗਾ। ਜਦੋਂ ਹੁਣ ਤਾਂ ਭ੍ਰਿਸ਼ਟਾਚਾਰ ਇੰਨਾ ਵੱਧ ਗਿਆ, ਮੰਨੋ ਬਸ ਸਿਰੇ ਹੀ ਟੁੱਟਿਆ ਹੋਇਆ। ਤੁਸੀਂ ਕੋਈ ਵੀ ਕੰਮ ਕਰਾਉਣਾ ਰੁਪਈਆਂ ਤੋਂ ਬਿਨਾਂ ਕੰਮ ਨਹੀਂ ਕੋਈ। ਇਹ ਆਉਣਗੇ, ਇਹ ਆਪਦਾ ਭਵਿੱਖ ਬਣਾਉਣ, ਅਸੀਂ ਤਾਂ ਇਹਨਾਂ ਦੇ ਨਾਲ ਚੱਲਾਂਗੇ। ਜਿਵੇਂ ਇਹ ਸਾਨੂੰ ਕਹਿਣਗੇ, ਹੁਕਮ ਦੇਣਗੇ, ਕਿੱਥੇ ਜਾਣਾ, ਕਿੱਥੇ ਰਹਿਣਾ, ਕਿੱਥੇ ਪੈਣਾ, ਚਾਹੇ ਭੁੱਖੇ ਰੱਖਣ, ਚਾਹੇ ਰੱਜ ਕੇ। ਬਾਪੂ ਜੀ, ਤੁਹਾਨੂੰ ਕੀ ਲੱਗਦਾ ਕਿ 22 ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਆਉਣੀਆਂ ਨੇ, ਅਗਲੀ ਸਰਕਾਰ ਆ ਜਿਹੜੀ, ਕੀ ਉਹ ਕਿਸਾਨ ਸਰਕਾਰ ਹੋਣੀ ਚਾਹੀਦੀ ਹੈ? ਹਾਂਜੀ, ਬਿਲਕੁਲ ਆਉਣੀ ਚਾਹੀਦੀ ਹੈ ਜੀ। ਜੋ ਪੜ੍ਹੇ ਲਿਖੇ ਮੁੰਡੇ ਆ ਉਹਨਾਂ ਨੂੰ ਜ਼ਰੂਰ ਵਿੱਚ ਆਉਣਾ ਚਾਹੀਦਾ ਇਹਦੇ ਵਿੱਚ ਜੀ। ਹਾਂਜੀ। ਤੇ ਬਾਬਾ ਜੀ, ਪੰਜਾਬ 'ਚ ਆਪਾਂ ਅਕਸਰ ਦੇਖ ਰਹੇ ਹਾਂ, ਹੁਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਕਿ ਜਿਹੜਾ ਕਿਸਾਨਾਂ ਦਾ ਝੰਡਾ ਹੈ ਉਹ ਇੱਕ ਬ੍ਰਾਂਡ ਬਣ ਚੁੱਕਿਆ। ਅੱਗੇ ਜਿਵੇਂ ਗੱਡੀਆਂ ਦੇ ਮਗਰ ਆਪਾਂ ਬਾਹਰਲੇ ਦੇਸ਼ਾਂ 'ਚ ਝੰਡੇ ਦੇਖਦੇ ਹੁੰਦੇ ਨੇ, ਹੁਣ ਭਾਵੇਂ ਪੰਜਾਬ ਦੇ ਵਿੱਚ ਕੋਈ ਵੀ ਭਾਵੇਂ ਘਰ ਤੋਂ ਗੱਡੀ ਬਾਹਰ ਕੱਢਦਾ, ਉਹਦੀ ਗੱਡੀ ਦੇ ਬਾਹਰ ਕਿਸਾਨੀ ਝੰਡਾ ਲੱਗਿਆ ਵਾ ਹੁੰਦਾ। ਇੱਕ ਬ੍ਰਾਂਡ ਬਣ ਚੁੱਕਿਆ। ਕੀ ਲੱਗਦਾ ਵੀ ਇਹੀ ਝੰਡੇ ਨੂੰ ਅੱਗੇ ਸਿਆਸਤ ਦੇ ਵਿੱਚ ਲਿਆਉਣਾ ਚਾਹੀਦਾ? ਇਹੀ ਝੰਡੇ ਨੂੰ ਸਿਆਸਤ ਦੇ ਵਿੱਚ ਬੁਲੰਦ ਕਰਨਾ ਚਾਹੀਦਾ? ਬਿਲਕੁਲ ਜੀ, ਇਹ ਝੰਡਾ ਲਿਆਉਣਾ ਚਾਹੀਦਾ ਜੀ। ਜਿਹੜੇ ਦੂਜੇ ਝੰਡੇ ਇਹਨਾਂ ਦੇ, ਉਹਨਾਂ ਦਾ ਤਾਂ ਕੋਈ ਫਾਇਦਾ ਨਹੀਂ। ਇਹਦਾ ਝੰਡੇ ਲਵਾ ਕੇ ਝੰਡਿਆਂ ਦੇ ਨਾਲ ਤਾਂ ਲੋਕਾਂ ਨੂੰ ਲੜਾਉਂਦੇ ਰਹੇ ਆ। ਦੋਨੇ ਪਾਰਟੀਆਂ ਦਾ ਹੁੰਦਾ ਸੀਗਾ। ਕਾਂਗਰਸ ਦਾ ਝੰਡਾ ਸੀ, ਉਧਰ ਤੱਕੜੀ ਵਾਲਾ ਝੰਡਾ ਸੀਗਾ, ਪਰ ਇਹਨਾਂ ਨੇ ਸਹੀ ਨਾ ਉਹਨਾਂ ਨੇ ਤੱਕੜੀ ਨਾਲ ਤੋਲਿਆ, ਨਾ ਇਹਨਾਂ ਨੇ ਪੰਜੇ ਨਾਲ। ਠੀਕ ਹੈ ਜੀ, ਕੁਛ ਨਹੀਂ ਮਤਲਬ ਇਹਨਾਂ ਨੇ ਕੀਤਾ ਹੈਗਾ। ਪਰ ਇਹ ਹੁਣ ਤਾਂ ਜਿਹੜਾ ਝੰਡਾ ਹੈ ਕਿਸਾਨੀ ਝੰਡਾ ਹੀ ਆਉਣਾ ਚਾਹੀਦਾ। ਕਿਸਾਨੀ ਝੰਡੇ ਦੇ ਨਾਲ ਹੀ ਮਤਲਬ ਆਪਾਂ ਨੂੰ ਹਰਿਆਲੀ ਆਉਣੀ ਆ, ਨਹੀਂ ਤਾਂ ਫਿਰ ਇੱਥੇ ਖਤਮ ਹੋ ਜਾਣਾ। ਬਿਲਕੁਲ ਤੁਸੀਂ ਕਿਹਾ ਕਿ ਕਿਸਾਨੀ ਝੰਡੇ ਦੇ ਨਾਲ ਇੱਥੇ ਹਰਿਆਲੀ ਹੋਣੀ ਹੈ, ਪਰ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਨੱਪਣ ਦੀ ਗੱਲ ਨਹੀਂ ਕਰਦੀ। ਉਹ ਕਹਿੰਦੇ ਕਿਸਾਨਾਂ ਦੀ ਜ਼ਮੀਨਾਂ ਤਾਂ ਉਸੇ ਤਰ੍ਹਾਂ ਰਹਿਣਗੀਆਂ, ਪਰ ਕੰਟਰੈਕਟ ਫਾਰਮਿੰਗ ਨਾਲ ਕਿਸਾਨਾਂ ਨੂੰ ਫਾਇਦਾ ਹੋਵੇਗਾ। ਦੇਖੋ ਜੀ, ਫਾਇਦਾ ਤਾਂ ਹੀ ਹੋਊਗਾ ਨਾ ਜਦੋਂ ਮਤਲਬ ਜੇ ਆਪਾਂ ਨੂੰ ਪੱਲੇ ਕੁਝ ਰਹੂਗਾ। ਜਦੋਂ ਫਸਲ ਉਹਨਾਂ ਨੇ ਜਿਹੜੀ ਆਪਾਂ ਨੇ ਕਰ ਲਈ ਕੰਟਰੈਕਟ ਫਾਰਮ ਦੇ ਵਿੱਚ, ਜਿਹੜੀ ਆਪਣਾ ਕਰ ਲਈ, ਕੱਲ ਨੂੰ ਆਪਾਂ ਨੂੰ ਰੇਟ ਦਿੰਦੇ ਆ ਨਹੀਂ ਦਿੰਦੇ, ਉਹ ਤਾਂ ਉਹਨਾਂ ਦੀ ਮਰਜ਼ੀ ਆ। ਨਹੀਂ ਤਾਂ ਆਪਣੀ ਫਸਲ ਪਈ ਆ, ਹੁਣ ਯੂਪੀ ਦੇ ਵਿੱਚ ਪਈ ਰਹਿੰਦੀ ਆ, ਮੁੜ ਕੇ ਆਪਣੀ ਇੱਥੇ ਪਈ ਰਹਿਣੀ ਆ। ਸਾਡੇ ਨਾਲ ਕੁਝ ਹਰਿਆਣੇ ਦੇ ਵੀਰ ਵੀ ਇਕੱਤਰ ਹੋਏ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਹਰਿਆਣੇ ਵਾਲੇ ਵੀਰ। ਹਰਿਆਣੇ ਤੋਂ ਜੀ? ਸਰਸੇ ਤੋਂ ਆਏ ਹੋ ਤੁਸੀਂ ਸਾਰੇ।
ਆ ਪੰਜਾਬੀ ਭਰਾ ਵੀ ਬੈਠੇ ਨੇ, ਕਿਵੇਂ ਲੱਗਦਾ ਪੰਜਾਬੀਆਂ ਦੇ ਨਾਲ? ਬੜਾ ਵਧੀਆ ਜੀ, ਬਹੁਤ ਹੀ ਨਜ਼ਾਰਾ ਆ ਗਿਆ ਜੀ। ਵਿਛੜੇ ਹੋਏ ਸੀ ਜੀ, ਮਿਲ ਗਿਆ ਫਿਰ। ਮੁਰਦਾਬਾਦ, ਮੁਰਦਾਬਾਦ, ਜਿੰਦਾਬਾਦ, ਜਿੰਦਾਬਾਦ। ਅਸੀਂ ਇਸ ਤਰ੍ਹਾਂ ਜੀ, ਅਸੀਂ ਠਿਕਰੀ ਬਾਰਡਰ ਤੇ ਸੀਗੇ, ਉੱਥੇ ਸਾਡੀਆਂ ਟਰਾਲੀਆਂ ਖੜੀਆਂ ਨੇ, ਅਸੀਂ ਉੱਥੇ ਮਾਲਕ ਦੀ ਦਇਆ ਨਾਲ ਲੰਗਰ ਲਾ ਰੱਖਿਆ ਵਧੀਆ। ਤੇ ਅੱਜ ਫਿਰ ਮੁੰਡਿਆਂ ਦਾ ਪ੍ਰੋਗਰਾਮ ਬਣਿਆ ਵੀ ਆਪਾਂ ਸਿੱਧੂ ਬਾਰਡਰ ਚੱਲੀਏ, ਉੱਥੇ ਵੀ ਜਾ ਕੇ ਆਈਏ। ਤੇ ਬਹੁਤ ਵਧੀਆ ਜੀ, ਮੰਨਣਾ ਪੈਣਾ ਇਹਨੂੰ, ਮੋਦੀ ਨੂੰ, ਜਿਹੜੇ ਨੇ ਕਾਲੇ ਕਾਨੂੰਨ ਬਣਾਏ ਨੇ ਇਹ ਰੱਦ ਕਰਨੇ ਪੈਣੇ ਨੇ ਇਹਨੂੰ। ਤੇ ਬਾਈ ਜੀ ਭਾਵੇਂ ਕਾਲੇ ਕਾਨੂੰਨ ਕਿੰਨੇ ਹੀ ਮਾੜੇ ਹੋਣ ਕਿਸਾਨਾਂ ਵਾਸਤੇ, ਪਰ ਇਹਦਾ ਮੰਨਦੇ ਹੋ ਕਿ ਹਰਿਆਣੇ ਤੇ ਪੰਜਾਬ ਨੂੰ ਇੱਕ ਕਰਤਾ ਇਹਨਾਂ ਨੇ? मैं यूपी से हूँ जी। ਤੁਸੀਂ ਯੂਪੀ ਤੋਂ ਆਏ ਹੋ? ਹਾਂ ਜੀ। ਸਾਡੇ ਨਾਲ ਇੱਥੇ ਅਸੀਂ ਹਰਿਆਣੇ ਤੇ ਪੰਜਾਬ ਦੀ ਗੱਲ ਕਰ ਰਹੇ ਸਨ, ਪਰ ਕਿਸਾਨ ਜਿਹੜੇ ਉਹਨੇ ਯੂਪੀ ਤੋਂ ਵੀ ਆਏ ਨੇ। ਯੂਪੀ ਤੋਂ ਕਿਸਾਨਾਂ ਦੀ ਸਪੋਰਟ ਦੇ ਵਿੱਚ ਆਏ ਹੋ, ਕਿਵੇਂ ਲੱਗੇ? ये किसानों को भाव नहीं दे रहा जी यार, ये काले कानून रद्द करने चाह रहे हैं जी हम, ये जो ये कानून बना रहे। ਤੇ ਯੂਪੀ ਦੇ ਕਿਸਾਨਾਂ ਦਾ ਕਿਵੇਂ ਦਾ ਰਵੱਈਆ, ਉਹ ਕਿਸਾਨਾਂ ਦੇ ਨਾਲ ਖੜੇ ਨੇ? हाँ अड़के खड़े हैं जी। ਠੀਕ ਹੈ ਜੀ। ਤੁਸੀਂ ਬਾਈ ਜੀ ਕਿੱਥੋਂ, ਹਰਿਆਣੇ ਤੋਂ? ਕਿੱਥੋਂ? ਹਰਿਆਣੇ ਤੋਂ ਆਏ ਹੋ। ਇਹ ਮੰਨਦੇ ਹੋ ਕਿ ਕਾਲੇ ਕਾਨੂੰਨਾਂ ਨੇ ਤਾਂ ਪੰਜਾਬ ਤੇ ਹਰਿਆਣੇ ਨੂੰ ਇੱਕ ਕਰਤਾ ਜੀ? ਹਾਂਜੀ, ਇੱਕ ਤਾਂ ਕਰਦਾ, ਪਰ ਜ਼ਿਮੀਂਦਾਰਾਂ ਤਾਂ ਸਾਡਾ ਰੁਲ ਜਾਣਾ ਜੀ। ਜੀ ਜੀ ਜੀ। ਸਾਨੂੰ ਜੇ ਇਹ ਇੱਕ ਰਹੇ, ਇੱਕ ਮਿੱਕ ਰਹੇ, ਜਿਵੇਂ ਹੁਣ ਸੰਘਰਸ਼ ਲੜ ਰਹੇ ਹੋ, ਆਉਣ ਵਾਲੇ ਸਮੇਂ 'ਚ ਜਿਵੇਂ ਮਰਜ਼ੀ ਜ਼ਾਲਮ ਸਰਕਾਰਾਂ ਨੂੰ ਝੁਕਾ ਸਕਦੇ ਹੋ? ਹਾਂਜੀ, ਪਰ ਅਸੀਂ ਕਹਿੰਦੇ ਆ ਵੀ ਇਹ ਜੀ ਸਰਕਾਰ ਕਿਉਂ ਬਣੇ ਜਿਹੜੀ ਬਾਰ-ਬਾਰ ਕਿਸਾਨਾਂ ਨੂੰ ਹੀ ਤੰਗ ਕਰੀ ਜਾਵੇ? ਕਿਸਾਨ ਤਾਂ ਪਹਿਲਾਂ ਹੀ ਤੰਗ ਹੈ। ਦੇਸ਼ ਦੇ ਵਿੱਚ ਸਿਸਟਮ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਵੀ ਕਿਸਾਨ ਦਾ ਆਂਦਾ ਤਾਂ ਕਿਸਾਨ, ਉਹਨੂੰ ਆਂਦਾ ਤੇ ਉਹਨੂੰ ਸਭ ਤੋਂ ਅੱਗੇ ਰੱਖਣਾ ਚਾਹੀਦਾ ਸਰਕਾਰ ਨੂੰ। ਉਹਨੂੰ ਕੋਈ ਜਿਹੜੀ ਖੇਤੀ ਦੇ ਵਿੱਚ ਦਿੱਕਤ ਆਉਂਦੀ ਹੈ, ਜਿਹੜੀ ਕੋਈ ਉਹਨੂੰ ਇੰਪਲੀਮੈਂਟ ਦੇ ਵਿੱਚ ਸਬਸਿਡੀ ਹੈ, ਉਹ ਸਰਕਾਰ ਨੂੰ ਸਭ ਤੋਂ ਪਹਿਲੇ ਬਜਟ ਦੇ ਵਿੱਚ ਅੱਗੇ ਰੱਖ ਕੇ ਚੱਲਣਾ ਚਾਹੀਦਾ ਹੈ। ਤੇ ਤਾਂ ਹੀ ਜਾ ਕੇ ਕਿਸਾਨ, ਸਾਡੇ ਦੇਸ਼ ਦਾ ਕਿਸਾਨ ਖੁਸ਼ਹਾਲ ਹੋਊਗਾ ਤੇ ਤਾਂ ਹੀ ਦੇਸ਼ ਅੱਗੇ ਵਧੇਗਾ। ਬਾਈ ਜੀ ਕਿਵੇਂ ਦੇਖਦੇ ਹੋ, ਸੁਪਰੀਮ ਕੋਰਟ ਆ ਜਿਹੜੀ ਉਹ ਕਹਿ ਰਹੀ ਹੈ ਕਿ ਜਿਹੜੇ ਕਾਨੂੰਨ ਨੇ ਉਹਨਾਂ ਨੂੰ ਹੋਲਡ ਤੇ ਰੱਖ ਦਿੱਤਾ ਜਾਣਾ ਚਾਹੀਦਾ ਹੈ, ਹੋਲਡ ਤੇ ਰੱਖਿਆ ਜਾਣਾ ਚਾਹੀਦਾ ਹੈ, ਰੱਦ ਕੀਤਾ ਜਾਣਾ ਚਾਹੀਦਾ? ਇਹ ਤਾਂ ਮਿੱਠੀ ਗੋਲੀ ਦੇ ਰਹੇ ਨੇ ਜੀ, ਮਿੱਠੀ ਗੋਲੀ ਦੇ ਰਹੇ ਨੇ ਵੀ ਇੱਕ ਵਾਰੀ ਹੋਲਡ ਤੇ ਰੱਖ ਦਿਓ ਇਹਨਾਂ ਨੂੰ, ਇੱਕ ਵਾਰੀ ਆਪਣਾ ਅੰਦੋਲਨ ਖਤਮ ਕਰਨਾ ਚਾਹੁੰਦੇ ਨੇ ਵੀ ਇਹਨਾਂ ਦਾ ਅੰਦੋਲਨ ਇੱਕ ਵਾਰੀ ਖਤਮ ਕਰ ਦਈਏ, ਬਾਅਦ ਵਿੱਚ ਇਹ ਫਿਰ ਨਹੀਂ ਇਕੱਠੇ ਹੋ ਸਕਦੇ ਇਸ ਤਰ੍ਹਾਂ। ਬਸ ਇਹਨਾਂ ਦੀ ਆਹ ਰਾਜਨੀਤੀ ਹੈ। ਫੈਸਲਾ ਕਿੱਥੇ ਕਰਾਉਣਾ ਚਾਹੁੰਦੇ ਹੋ? ਸੁਪਰੀਮ ਕੋਰਟ ਫੈਸਲਾ ਕਰੇ ਜਾਂ ਜਿਵੇਂ ਕਾਨੂੰਨ ਲਾਗੂ ਹੋਏ ਨੇ ਉੱਕਣ ਫੈਸਲਾ ਹੋਵੇ? ਇਹ ਤਾਂ ਜੀ ਮੋਦੀ ਹੀ ਨੋ ਕਰੇ ਫੇਰ ਹੀ ਨਜ਼ਾਰਾ ਆਣਾ ਇੱਥੇ। ਯਾਨੀ ਕਿ ਜਿਵੇਂ ਸੰਸਦ ਦੇ ਵਿੱਚ ਕਾਨੂੰਨ ਲਾਗੂ ਹੋਏ ਨੇ ਉਵੇਂ ਹੀ ਰੱਦ ਹੋਣ? ਹਾਂਜੀ ਹਾਂਜੀ, ਉਵੇਂ ਹੀ ਰੱਦ ਹੋਣ, ਫਿਰ ਸਵਾਦ ਵਾਲੀ ਗੱਲ ਹੈ। ਨਹੀਂ ਤਾਂ ਇਹ ਪਿੱਛੇ ਨਹੀਂ ਹਟਦੇ ਜੀ। ਇਹ ਤਾਂ ਹੁਣ ਆਰ ਪਾਰ ਦੀ ਲੜਾਈ ਹੈ। ਹਰਿਆਣਾ ਪੰਜਾਬ ਦੋਵੇਂ ਛੋਟੇ ਤੇ ਵੱਡੇ ਭਰਾ ਸੀ, ਉਹ ਇਕੱਠੇ ਹੋ ਗਏ ਹੁਣ। ਤੇ ਹੁਣ ਤਾਂ ਇਹ ਇੱਕ ਕਹਿ ਰਹੇ ਨੇ ਵੀ 26 ਤਰੀਕ ਨੂੰ ਦਿੱਲੀ ਦੇ ਵਿੱਚ ਵੜਨਾ ਹੈ, ਪਰ ਕਈ ਨੌਜਵਾਨ ਇਹ ਕਹਿ ਰਹੇ ਨੇ ਵੀ ਸਾਨੂੰ 2 ਦਿਨ ਪਹਿਲਾਂ ਦਿੱਲੀ ਦੇ ਵਿੱਚ ਵੜਨ ਦੀ ਇਜਾਜ਼ਤ ਦਿੱਤੀ ਜਾਵੇ, ਕਿਉਂਕਿ ਸਾਨੂੰ ਬੈਰੀਕੇਡ ਭੰਨਣ ਨੂੰ ਵੀ ਟਾਈਮ ਲੱਗ ਜਾਣਾ। ਇਸ ਤਰ੍ਹਾਂ ਜੀ, ਉਹ ਤਾਂ ਸਾਡੀ ਕਿਹੜੀ ਕਮੇਟੀ ਹੈ, ਸਾਡੇ ਕਿਸਾਨ ਆਗੂ ਨੇ। ਕਿਵੇਂ ਗੁਰਨਾਮ ਚੰਦੂਣੀ ਸਾਹਿਬ ਹੋ ਗਏ ਸਾਡੇ ਹਰਿਆਣੇ ਦੇ, ਸਾਨੂੰ ਜਿਵੇਂ ਉਹ ਕਹਿਣਗੇ ਸਾਡੀਆਂ ਤਿਆਰੀਆਂ ਚੱਲ ਰਹੀਆਂ ਨੇ। ਸਰਸੇ ਤੋਂ ਵੀ ਅਸੀਂ ਆਪਦੇ ਰਾਣੀਆਂ ਐਲਨਾਬਾਦ ਸਾਰੇ ਟਰੈਕਟਰ ਇਕੱਠੇ ਹੋ ਕੇ ਤੇ ਤਿਆਰੀਆਂ ਪੱਕੀਆਂ ਨੇ। 23 ਤਰੀਕ ਨੂੰ ਉਹਨਾਂ ਨੇ ਕੂਚ ਕਰ ਜਾਣਾ। ਅੱਗੇ ਜੋ ਕੁਝ ਹੋਵੇਗਾ ਵੇਖੀ ਜਾਏਗੀ। ਉਹ 2 ਦਿਨ ਪਹਿਲਾਂ ਜਾਂ ਇੱਕ ਖੱਟਰ ਸਰਕਾਰ ਦਾ ਵਿਰੋਧ ਹੋਇਆ ਹਰਿਆਣੇ ਕਰਨਾਲ ਦੇ ਵਿੱਚ, ਪਰ ਖੱਟਰ ਸਰਕਾਰ ਦਾ ਕਹਿਣਾ ਹੈ ਕਿ ਗੁਰਨਾਮ ਸਿੰਘ ਚੜੂਨੀ ਕਿਸਾਨਾਂ ਨੂੰ ਭੜਕਾ ਰਹੇ ਨੇ। ਉਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ? ਉਹ ਤਾਂ ਹੈ ਜੀ ਬਿਲਕੁਲ ਗਲਤ। ਉਹ ਤਾਂ ਹੁਣ ਆਪਦਾ ਪੱਲਾ ਕਿਹੜਾ ਉਹ ਝਟਕਾਣਾ ਚਾਹੁੰਦਾ ਵੀ ਮੇਰੇ ਨਾਲ ਉੱਥੋਂ ਉਹਨੂੰ ਲਾਣ ਹੀ ਨਹੀਂ ਦਿੱਤਾ ਜੀ, ਹੈਲੀਕਾਪਟਰ ਹੀ ਨਹੀਂ ਲੈਣ ਦਿੱਤਾ। ਬਸ ਉੱਥੋਂ ਦਾ ਆਰ ਪਾਰ ਹੀ ਕਰਤਾ ਕੰਮ। ਤੇ ਉੱਥੇ ਆਪਣੇ ਕਿਸਾਨਾਂ ਤੇ ਲਾਠੀਆਂ ਵੀ ਬਰਸਾਈਆਂ, ਆਂਸੂ ਗੈਸ ਦੇ ਵੀ ਗੋਲੇ ਛੱਡੇ ਗਏ, ਪਰ ਆਪਣੇ ਕਿਸਾਨਾਂ ਨੇ ਅੱਜ ਤੱਕ ਨਹੀਂ ਕੀਤੀ। ਉੱਥੇ ਬਹੁਤ ਵਧੀਆ ਵਿਰੋਧ ਹੋਇਆ। ਮੈਂ ਤਾਂ ਕਹਿੰਦਾ ਸਾਡੇ ਤਾਂ ਜਿੱਥੇ ਵੀ ਕੋਈ ਆਵੇਗਾ, ਜਿਹੜਾ ਵੀ ਨੇਤਾ ਆਵੇਗਾ ਬੀਜੇਪੀ ਦਾ, ਉਹਦਾ ਅਸੀਂ ਵਿਰੋਧ ਕਰਾਂਗੇ ਤੇ ਉੱਥੋਂ ਬਸ ਹਰਾ ਕੇ ਹੀ ਕੱਲਾਂਗੇ। ਤੇ ਕਿਸਾਨ ਆਗੂਆਂ ਨੂੰ ਸਿਆਸਤ ਦੇ ਵਿੱਚ ਆਉਣਾ ਚਾਹੀਦਾ? ਮੈਂ ਕਹਿੰਦਾ ਜੀ, ਮੈਂ ਤਾਂ ਕਹਿੰਦਾ ਪ੍ਰਧਾਨ ਮੰਤਰੀ ਕਿਸਾਨਾਂ ਦਾ ਬਣਨਾ ਚਾਹੀਦਾ ਹੈ। ਹਾਂ, ਫੇਰ ਹੀ ਨਜ਼ਾਰਾ ਆਣਾ ਹੈ। ਕਿਉਂਕਿ ਉਲਟ ਪੁਲਟ ਜਦੋਂ ਕੰਮ ਹੋਇਆ ਨਾ, ਉਦੋਂ ਹੀ ਸਵਾਦ ਆਣਾ ਗੱਲ ਦਾ। ਹਰਿਆਣੇ ਦੇ ਵਿੱਚ ਗੁਰਨਾਮ ਸਿੰਘ ਚੜੂਨੀ ਜੀ ਨੂੰ ਬੇਨਤੀ ਕਰੋਗੇ ਕਿ ਹੁਣ ਸਿਆਸਤ ਦੇ ਵਿੱਚ ਆ ਜਾਓ ਜੀ? ਮੈਂ ਤਾਂ ਕਹਿੰਦਾ ਆ ਜਾਵੇ, ਆਪੇ ਵੇਖੀ ਜੇ ਗਈ। ਤੇ ਪੰਜਾਬ ਹਰਿਆਣੇ ਦੇ ਭਾਈ ਉਰੇ ਇਕੱਠੇ ਹੋਏ ਬੈਠੇ ਨੇ, ਪੰਜਾਬ ਹਰਿਆਣਾ ਇੱਕ ਹੋ ਗਿਆ। ਹਾਂਜੀ ਹਾਂਜੀ, ਪਿਆਰ ਥੋੜਾ ਵੱਧ ਗਿਆ ਪੂਰਾ। ਉਹਨੇ ਹੁਣ ਪਿਆਰ ਚੱਲੂ ਅੱਗੇ ਤੱਕ ਜੀ? ਪਿਆਰ ਚੱਲੇਗਾ ਜੀ, ਜਿਵੇਂ ਵੱਡਾ ਭਰਾ ਹੈ ਸਾਡਾ, ਜਿਵੇਂ ਕਹੇਗਾ ਹਰਿਆਣਾ ਕਰੇਗਾ। ਕੀ ਬਾਤ ਹੈ ਜੀ। ਫਿਰ ਇੱਕ ਏਕਤਾ ਦਾ ਨਾਰਾ ਜ਼ਰੂਰ ਲਾ ਦਿਓ। ਕਿਸਾਨ ਪੰਜਾਬ ਹਰਿਆਣਾ ਏਕਤਾ, ਪੰਜਾਬ ਹਰਿਆਣਾ ਭਾਈ ਭਾਈ। ਕੀ ਬਾਤ ਹੈ ਜੀ। ਇੱਥੇ ਕਿਸਾਨਾਂ ਜਿਹੜੇ ਹੌਸਲੇ ਨੇ। ਜੀ ਜੀ ਬੋਲੋ। ਇਸ ਤਰ੍ਹਾਂ ਜੀ, ਸਾਡੇ ਅੱਜ 3 ਮਹੀਨੇ ਹੋ ਗਏ ਕਿਸਾਨਾਂ ਨੂੰ। ਆ ਕਿਹੜੀਆਂ ਸਬਸਿਡੀਆਂ ਦੇ ਇਹਨਾਂ ਨੇ ਮਿੱਠਾ ਲਾਰਾ ਦਿੱਤਾ ਸੀ ਨਾ, ਕਿਸਾਨਾਂ ਨੇ 2-2 2.5 ਲੱਖ ਰੁਪਈਆ ਕਮੇਟੀਆਂ ਬਣਾਈਆਂ ਇਹਨਾਂ ਨੇ,
18 ਲੱਖ ਰੁਪਇਆ ਭਰੀ ਖੜੇ ਨੇ ਇਹਨਾਂ ਨੇ। ਸਰਕਾਰ ਨੇ ਹੈ ਜੀ, ਗੰਦੀ ਸਰਕਾਰ ਹੈ, ਇਹਨਾਂ ਨੇ ਖਾਤੇ 'ਚ ਹਾਲੀ ਤਾਈਂ ਉਹਨਾਂ ਦੇ ਪੰਜੀ ਨਹੀਂ ਭੇਜੀ। ਜ਼ਿਮੀਂਦਾਰ ਕਦੇ ਕੋਈ ਕਿਸੇ ਨੇ ਕਿਵੇਂ ਕਰਜ਼ੀ ਚੱਕ, ਕਿਸੇ ਤੋਂ ਕਰਜ਼ਾ ਲੈ, ਕਿਵੇਂ ਕਿਸੇ ਰਿਸ਼ਤੇਦਾਰੇ ਤੋਂ ਲੈ, ਆਪਦੇ ਆ ਕਿਹੜੇ ਸੁਪਰ ਸੀਡਰ ਤੇ ਮੋਚਰ ਜੋ ਵੀ ਇਹ ਕ੍ਰਿਸ਼ੀ ਵਾਸਤੇ ਜੰਤਰ ਬਣਾਏ ਸੀਗੇ, ਇਹਨਾਂ ਨੇ ਸਬਸਿਡੀ ਦਾ ਲਾਰਾ ਲਾਇਆ। ਇਹਨਾਂ ਨੇ ਕਿਸਾਨਾਂ ਨੇ ਆਪਦਾ ਕਰਜ਼ਾ ਚੱਕ ਕੇ ਵਿਆਜ ਤੇ ਪੈਸੇ ਭਰ ਕੇ ਸਾਰੇ ਭਰੇ ਤੇ ਹਾਲੀ ਤਾਈਂ ਕਿਸੇ ਦੇ ਖਾਤੇ ਦੇ ਵਿੱਚ ਪੰਜੀ ਨਹੀਂ ਆਈ ਇਹਨਾਂ ਦੀ। ਹਰਿਆਣੇ ਦੇ ਵਿੱਚ ਸਬੂਤ ਕਰਾ ਦਿਓ ਜੀ, ਅੱਜ 4-4 ਮਹੀਨੇ ਹੋ ਗਏ। ਸਰਕਾਰ ਨੇ ਪਿੱਛੇ ਜੇ ਕਿਹਾ ਹੈ ਕਿ ਅਸੀਂ 18,000 ਕਰੋੜ ਰੁਪਈਆ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਰਹੇ ਹਾਂ। ਉਹ ਵੀਰ ਮੇਰੇ 18,000 ਦੇ ਨਾਲ ਕੀ ਹੁੰਦਾ, 2-2 ਹਜ਼ਾਰ ਨਾਲ ਕੀ ਹੁੰਦਾ ਹੈ? 2-2 ਹਜ਼ਾਰ ਦੇ ਤਾਂ ਬੀ ਨਹੀਂ ਆਉਂਦੇ ਸਾਡੇ। 1 ਕਿੱਲੇ ਦੀ ਕਿਹੜੀ ਲਵਾਈ ਹੈ ਨਾ ਝੋਨੇ ਦੀ, ਜੀਰੀ ਦੀ 4,000 ਰੁਪਇਆ ਲਵਾਈ ਹੈ 1 ਏਕੜ ਦੀ, ਤੇ ਉਸ ਤੋਂ ਬਾਅਦ 5,000 ਰੁਪਇਆ ਉਹਦੀ ਵਢਾਈ ਹੈ, ਤੇ ਜਿਹੜਾ ਸਪਰੇਆਂ ਦਾ ਖਰਚਾ ਹੈ ਉਹ ਵੱਖਰਾ। ਤੇ ਕੀ ਬਣੇਗਾ 2,000 ਨਾਲ? ਡੈਂਪਰ ਨਹੀਂ ਪੂਰੇ ਆਉਂਦੇ। ਬਹੁਤ ਵਧੀਆ, ਬਹੁਤ ਧੰਨਵਾਦ ਤੁਹਾਡਾ। ਤਾਂ ਅਸੀਂ ਗੱਲਬਾਤ ਕੀਤੀ ਹੈ ਪੰਜਾਬ ਹਰਿਆਣੇ ਦੇ ਕਿਸਾਨਾਂ ਦੇ ਨਾਲ, ਬੈਠੇ ਬਜ਼ੁਰਗਾਂ ਦੇ ਨਾਲ ਕਿ ਕਿਵੇਂ ਇੱਥੇ ਰਾਤਾਂ ਕੱਢਦੇ ਨੇ, ਕੀ ਮੁਸ਼ਕਲਾਂ ਆਉਂਦੀਆਂ ਨੇ। ਤਾਂ ਬੜੀਆਂ ਮੁਸ਼ਕਲਾਂ ਦੇ ਵਿੱਚ ਰਹਿ ਰਹੇ ਨੇ, ਪਰ ਉਹਨਾਂ ਦੇ ਹੌਸਲੇ ਨੇ ਜਿਹੜੇ ਉਹ ਚੜ੍ਹਦੀ ਕਲਾ ਦੇ ਵਿੱਚ ਨੇ, ਉਹ ਪੂਰੀ ਚੜ੍ਹਦੀ ਕਲਾ ਦੇ ਵਿੱਚ ਰਹਿ ਰਹੇ ਨੇ। ਸਿੱਖ ਚੈਨਲ ਦੇ ਨਾਲ ਤੁਸੀਂ ਬਣੇ ਰਹੋ। ਮੈਨੂੰ ਕੈਮਰਾਮੈਨ ਗੁਰਪ੍ਰੀਤ ਸਿੰਘ ਦੇ ਨਾਲ ਮੈਨੂੰ ਮਨਦੀਪ ਸਿੰਘ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।